ਜਥੇਦਾਰ ਟੋੜਾ ਨੇ ਛਾਤੀ ਤੇ ਆ ਹੱਥ ਮਾਰ ਕੇ ਮੇਰੀ ਮਿਸਿਜ ਨੂੰ ਕਿਹਾ, ਕਹਿੰਦਾ ਉਹਨੂੰ ਤਾਂ ਫਾਂਸੀ ਅਸੀਂ ਚੜਾਵਾਂਗੇ, ਦੇਖੋ ਕਿਵੇਂ ਫਾਂਸੀ ਚੜਦਾ, ਅਸੀਂ ਉਹਨੂੰ ਜੇਲ੍ਹ ਤੋਂ ਬਾਹਰ ਨਹੀਂ ਆਉਣ ਦੇਣਾ। ਹਥਿਆਰਬੰਦ ਰਾਹ ਸਾਡੇ ਤੇ ਭਾਰਤ ਸਰਕਾਰ ਨੇ ਥੋਪਿਆ, ਫੈਡਰੇਸ਼ਨ ਨੇ ਕਦੇ ਹਥਿਆਰ ਨਹੀਂ ਚੁੱਕੇ। ਭਿੰਡਰਾਂ ਵਾਲਿਆਂ ਨੇ ਬੜੀ ਸਪਸ਼ਟ ਗੱਲ ਕਹੀ, ਕਹਿੰਦੇ ਜੀ ਤੁਸੀਂ ਵੀ ਨਿਕਲੋ। ਮਿਸਟਰ ਕਾਓ ਤੇ ਅੱਜ ਜਿਹੜੇ ਸਿਕਿਉਰਿਟੀ ਐਡਵਾਈਜ਼ਰ ਨੇ ਮੋਦੀ ਸਾਹਿਬ ਦੇ, ਮਿਸਟਰ ਡੋਭਾਲ, ਅਜੀਤ ਡੋਭਾਲ, ਬੋਲਣਾ ਬੜਾ ਔਖਾ ਹੁੰਦਾ ਜੀ, ਲੋਕਾਂ ਦੀਆਂ ਆਵਾਜ਼ਾਂ ਕੰਬਦੀਆਂ ਨੇ। ਇਹ ਮੇਰੇ ਕੋਲ ਜੇਲ੍ਹ ਵਿੱਚ ਆਏ ਕਿ ਇੰਦਰਾ ਗਾਂਧੀ ਨੂੰ ਮਰਵਾਉਣ ਵਾਲਾ ਕੀ ਪਰਸਨ ਅਤਿੰਦਰਪਾਲ ਔਰ ਇਨਲੀਗਲ ਆਰਗੇਨਾਈਜੇਸ਼ਨ ਵਿੱਚ ਸਰਕਾਰ ਹਰਿੰਦਰ ਸਿੰਘ ਕਾਲੂ ਨੂੰ, ਜਿਹੜਾ ਹੁਣ ਸਪੋਕਸ ਪਰਸਨ ਉਹਨੂੰ ਕੰਮ ਕਰਨ ਦੀ ਇਜਾਜ਼ਤ ਦੇ ਰਹੀ ਹੈ ਤੇ ਅਤਿੰਦਰਪਾਲ ਸਿੰਘ ਵਾਂਟਡ ਹੈ। ਅਲਟੀਮੇਟਲੀ ਇਹਨਾਂ ਨੇ ਫਿਰ ਮੈਨੂੰ ਜੇਲ੍ਹ ਵਿੱਚ ਆ ਕੇ ਕਿਹਾ, ਕਹਿੰਦਾ ਤੈਨੂੰ ਇੰਨੇ ਬਦਨਾਮ ਕਰ ਦਾਂਗੇ ਕਾਊ ਨੇ ਤੇ ਡੋਭਾਲ ਨੇ, ਅੱਜ 27 ਚ ਹੈ, ਕਿ ਤੂੰ ਰੇਂਗੇਗਾ, ਤੇਰਾ ਟਾਰਚਰ ਤਾਂ ਇੰਨਾ ਹੋ ਗਿਆ, ਖੜਨ ਜੋਗਾ ਤੂੰ ਹੈ ਨਹੀਂ। ਐਕਚੁਅਲ ਮੈਂ ਜੇਲ੍ਹ ਵਿੱਚ ਖੜਨ ਜੋਗਾ ਨਹੀਂ, ਰੇਂਗ ਕੇ ਕੌਮ ਅੱਗੇ ਕਟੋਰਾ ਅੱਡੇਗਾ ਤੇ ਤੇਰੇ ਕਟੋਰੇ ਵਿੱਚ ਤੇਰੀ ਕੌਮ ਨੇ ਥੁੱਕਾਂ ਪਾਣੀਆਂ ਨੇ, ਤੈਨੂੰ ਇੰਨਾ ਬਦਨਾਮ ਕਰ। ਖੈਰ ਉਹਨੇ ਮੇਰੇ ਮੂੰਹ ਤੇ ਥੁੱਕਿਆ ਤਲਵੱਡੀ ਨੇ। ਇਹ ਸ਼ਾਮ ਨੂੰ KPS ਗਿੱਲ ਨਾਲ ਬੈਠਦੇ ਹੁੰਦੇ ਸੀ, ਜਦੋਂ KPS ਗਿੱਲ ਗਲਾਸੀ ਲਾਉਂਦਾ ਹੁੰਦਾ ਸੀ, ਤੇ ਰਾਜੀਵ ਗਾਂਧੀ ਨੇ ਸਿਮਰਨਜੀਤ ਸਿੰਘ ਮਾਨ ਨੂੰ ਰਿਹਾ ਕੀਤਾ, VP ਸਰਕਾਰ ਨੇ ਨਹੀਂ ਕੀਤਾ। ਲਾਇਸੈਂਸੀ ਹਥਿਆਰ ਰੱਖਣਾ ਦੇਸ਼ ਵਿੱਚ ਕੋਈ ਗੁਨਾਹ ਨਹੀਂ ਹੈ। ਜਿਹੜੀ ਆਖਰੀ ਬੈਟਲ ਦਰਬਾਰ ਸਾਹਿਬ ਦੇ ਵਿੱਚ ਹੋਈ ਹੈ, ਮੈਂ ਉਹਨੂੰ ਆਖਰੀ ਬੈਟਲ ਕਹਿੰਦਾ, ਉਹ 12 ਜੂਨ ਦੀ, ਤੇ ਭਾਰਤ ਦੀ 1.5 ਲੱਖ ਫੌਜ ਦਾ ਟਾਕਰਾ 3 ਦਰਜਨ ਸਿੰਘਾਂ ਨੇ ਕੀਤਾ। ਜਿਸ ਵੇਲੇ ਟੋੜਾ ਔਰ ਬਰਨਾਲਾ ਸਰੈਂਡਰ ਕਰ ਦਿੰਦੇ ਨੇ, ਉਹ ਉਸ ਦਿਨ ਵੀ ਕਹਿੰਦਾ ਹੈ ਕਿ ਜੀ ਭਿੰਡਰਾਂ ਵਾਲਿਆਂ ਨੂੰ ਕਹੋ ਕਿ ਸਰੈਂਡਰ ਕਰ ਦੇਣ, ਉਹਨਾਂ ਦਾ ਵਾਲ ਵਿੰਗਾ ਨਹੀਂ ਹੋਏਗਾ, ਤੁਹਾਡੀਆਂ ਆਹ ਮੰਗਾਂ ਅਸੀਂ ਮੰਨਣ ਨੂੰ ਤਿਆਰ ਹਾਂ, ਹਾਲੇ ਵੀ ਤਿਆਰ ਹਾਂ। ਵੈਪਨ ਵਾਸਤੇ, ਇੱਕ ਵੈਪਨ ਵਾਸਤੇ ਸਾਡੇ ਕੋਲ 58 ਗੋਲੀਆਂ ਸੀ। ਤੀਸਰਾ ਤਾਰਪੀਡੋ ਕਰਨ ਵਾਲਾ ਸੀ ਜਿਹਨੇ ਮੈਨੂੰ ਵੀ ਪੜਵਾਇਆ, ਚਰਨਜੀਤ ਸਿੰਘ ਤਲਵੰਡੀ ਦਾ ਭਤੀਜਾ। ਕੌਮ ਨਾਲ ਕੀਤੀਆਂ ਗੱਦਾਰੀਆਂ ਰਿਕਾਰਡਡ ਕਰਾ ਕੇ ਜਾਊਂਗਾ। ਪੱਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਹੈ, ਇਹਨੂੰ ਤੁਸੀਂ ਸਿਰ ਤੇ ਸਜਾਓ, ਪਰ ਗੁਰੂ ਗੋਬਿੰਦ ਸਿੰਘ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਵਾਂਗਾ। ਮੈਂ ਜ਼ਿੰਦਗੀ 'ਚ ਖਾਲਿਸਤਾਨ ਲਈ ਜੰਮਿਆ ਸੀ ਜੀ, ਖਾਲਿਸਤਾਨ ਲਈ ਹੀ ਮਰਾਂਗਾ। ਮੇਰੀ ਸਾਰੀ ਅੱਜ ਤੱਕ ਦੀ ਜਿੰਨੀ ਗੱਲਬਾਤ ਹੈ, ਜਿੰਨੀਆਂ ਅਚੀਵਮੈਂਟ ਨੇ, ਜਿੰਨਾ ਮੈਂ ਘਰ ਬੈਠ ਕੇ ਸੌਂਦੇ ਉੱਠਦੇ ਬੈਠਦੇ ਗੱਲ ਕਰਦੇ ਸੋਚ ਕਰਨਾ, ਮੇਰਾ ਏਜੰਡਾ ਖਾਲਿਸਤਾਨ ਹੁੰਦਾ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਅਨਟੋਲਡ ਸਟੋਰੀ ਦੇ ਨਾਲ ਮੈਂ ਸੁਖਨੈਪ ਸਿੰਘ ਸਿੱਧੂ ਹਾਜ਼ਰ ਹਾਂ। ਤੇ ਜਦੋਂ ਵੀ ਅਸੀਂ ਅਨਟੋਲਡ ਸਟੋਰੀ ਦੀ ਗੱਲ ਕਰਦੇ ਹਾਂ ਤਾਂ ਕਿਸੇ ਨਾ ਕਿਸੇ ਐਸੀ ਸ਼ਖਸੀਅਤ ਦੇ ਨਾਲ ਸਾਂਝ ਪਾਉਣੇ ਆ ਜਿਨ੍ਹਾਂ ਨੇ ਕੋਈ ਨਾ ਕੋਈ ਵੱਡਾ ਮੁਕਾਮ ਸਿਰਜਿਆ ਹੁੰਦਾ ਹੈ, ਚਾਹੇ ਸਿਆਸਤ ਦੇ ਵਿੱਚ ਹੋਵੇ ਤੇ ਜਾਂ ਫਿਰ ਸਮਾਜ ਦੇ ਵਿੱਚ। ਅੱਜ ਜਿਹਦੇ ਨਾਲ ਗੱਲ ਕਰ ਰਹੇ ਹਾਂ ਉਹ ਇੱਕ ਬਹੁਤ ਵੱਡੀ ਸ਼ਖਸੀਅਤ ਹੈ, ਉਹ ਸਾਬਕਾ ਮੈਂਬਰ ਪਾਰਲੀਮੈਂਟ ਨੇ। ਤੇ ਉੱਥੋਂ ਵੀ ਇੱਕ ਹੋਰ ਅਹਿਮ ਗੱਲ ਹੈ ਕਿ ਉਹ ਮੈਂਬਰ ਪਾਰਲੀਮੈਂਟ ਵੀ ਜੇਲ੍ਹ 'ਚੋਂ ਬਣੇ ਤੇ ਅੱਜ ਕੱਲ੍ਹ ਖਾਲਿਸਤਾਨੀ ਨੇ। ਖਾਲਿਸਤਾਨ ਵਰਗੇ ਸ਼ਬਦ ਨੂੰ ਮਾਨਤਾ ਦਿਵਾਉਣ ਦੇ ਵਾਸਤੇ ਜੋ ਕੰਮ ਸਰਦਾਰ ਅਤਿੰਦਰਪਾਲ ਸਿੰਘ ਖਾਲਿਸਤਾਨੀ ਹੋਰਾਂ ਨੇ ਕੀਤਾ, ਉਹਦੀ ਵੀ ਗੱਲ ਕਰਾਂਗੇ ਤੇ ਛੇਤੀ ਸਾਂਝ ਪਾ ਰਹੇ ਹਾਂ ਅਤਿੰਦਰਪਾਲ ਸਿੰਘ ਖਾਲਿਸਤਾਨੀ ਹੋਰਾਂ ਦੇ ਨਾਲ। ਸਰਦਾਰ ਅਤਿੰਦਰਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਨਾ ਸਾਬਕਾ ਮੈਂਬਰ ਪਾਰਲੀਮੈਂਟ, ਮੌਜੂਦਾ ਖਾਲਿਸਤਾਨੀ, ਜਿੱਥੇ ਇਹ ਸ਼ਬਦ ਜੁੜ ਜਾਂਦੇ ਨੇ ਤਾਂ ਫਿਰ ਬਹੁਤ ਸਾਰਾ ਕੁਝ ਹੋਰ ਜੁੜਦਾ ਹੈ, ਕਿਉਂਕਿ ਕੋਈ ਵੀ ਮੁਕਾਮ, ਕੋਈ ਵੀ ਰੁਤਬਾ ਇੱਕ ਦਿਨ 'ਚ ਨਹੀਂ ਮਿਲਦਾ। ਅਤਿੰਦਰਪਾਲ ਸਿੰਘ ਦਾ ਜਨਮ ਕਿੱਥੇ ਹੋਇਆ ਤੇ ਹੁਣ ਜਿੱਥੇ ਬੈਠੇ ਹੋ ਪਟਿਆਲੇ, ਇਸ ਮੁਕਾਮ ਤੱਕ ਪਹੁੰਚਣ ਤੱਕ ਦਾ ਸਫ਼ਰ ਅਸੀਂ ਸਾਂਝਾ ਕਰਨਾ ਹੋਵੇ ਤਾਂ ਕਿਵੇਂ ਕਿਵੇਂ ਸ਼ੁਰੂ ਹੁੰਦਾ? ਬਿਲਕੁਲ ਸੰਖੇਪ ਵਿੱਚ ਮੈਂ ਗੱਲ ਕਰਨੀ ਚਾਹਾਂਗਾ ਕਿ ਵੈਸੇ ਅਸੀਂ ਆਏ ਹਾਂ ਪਾਕਿਸਤਾਨ ਤੋਂ ਜੀ। ਲੱਦੇਵਾਲ ਵੜੈਚ ਪਿੰਡ ਹੈਗਾ ਸਾਡਾ। ਉਹ ਜ਼ਿਲ੍ਹਾ ਕਿਹੜਾ ਜੀ ਉੱਥੇ? ਗੁਜਰਾਂਵਾਲਾ। ਗੁਜਰਾਂਵਾਲਾ। ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਜਿਹੜੀਆਂ ਜੱਦੀ ਹਵੇਲੀਆਂ ਸੀ, ਉਹ ਸਾਡੀਆਂ ਸਾਰੀਆਂ ਪੁਸ਼ਤੈਨੀ ਸਨ। ਸਾਡੇ ਜਿਹੜੇ ਮੇਰੇ ਪੜਨਾਨੇ ਤੇ ਹੋਰ ਸਾਰੇ ਸਨ, ਉਹ ਉਹਨਾਂ ਦੇ ਜਰਨੈਲ ਸਨ, ਸਿਪਾਹ ਸਲਾਰ ਨਹੀਂ ਸਨ, ਜਰਨੈਲ ਸਨ। ਸਰਦਾਰ ਹੁਕਮਾ ਸਿੰਘ ਜਿਨ੍ਹਾਂ ਨੇ ਅਟਕ ਦਾ ਕਿਲਾ ਫਤਿਹ ਕੀਤਾ ਸੀ ਤੇ ਉਹਨਾਂ ਨੂੰ ਚਿਮਨਾ ਖਿਤਾਬ ਦਿੱਤਾ ਸੀ, ਉੱਥੋਂ ਸਾਡਾ ਚੱਲਦਾ। ਪਾਰਟੀਸ਼ਨ ਤੋਂ ਬਹੁਤ 2 ਮਹੀਨੇ ਬਾਅਦ ਅਸੀਂ ਉੱਥੋਂ ਆਏ, ਪਹਿਲਾਂ ਨਹੀਂ ਆਏ, ਕਿਉਂਕਿ ਪਹਿਲਾਂ ਕਿਹਾ ਗਿਆ ਕਿ ਬਈ ਗੁਜਰਾਂਵਾਲਾ ਤੇ
ਜਿਹੜਾ ਲਾਹੌਰ ਹੈਗਾ ਜੀ। ਇਹ ਇੰਡੀਆ ਨਾਲ ਹੀ ਰਲੇਗਾ। ਹੂੰ। ਐਸੀਆਂ ਬੜੀਆਂ ਵੱਡੀਆਂ ਖਬਰਾਂ ਸਨ ਉਸ ਵੇਲੇ। ਜੀ। ਤੇ ਜਿਸ ਵੇਲੇ ਆਏ ਤੇ ਫਿਰ ਖਾਲੀ ਹੱਥ ਆਏ, ਸਾਡੇ ਕੋਲ ਕੁਝ ਵੀ ਨਹੀਂ ਸੀ ਹੈਗਾ। ਸ਼ਾਹਬਾਦ ਮਾਰਕੰਡੇ ਆ ਕੇ ਮੇਰੇ ਦਾਦਾ ਜੀ ਤੇ ਫਾਦਰ ਸਾਹਿਬ ਉੱਥੇ ਵਸੇ, ਸਰਦਾਰ ਤਰਲੋਕ ਸਿੰਘ ਜੀ। ਮੇਰਾ ਜਨਮ ਸ਼ਾਹਬਾਦ ਮਾਰਕੰਡੇ 'ਚ ਹੀ ਹੋਇਆ 1957, 30 ਮਾਰਚ 1957 ਨੂੰ। ਮੇਰੇ ਫਾਦਰ ਸਾਹਿਬ ਨੂੰ ਪੜ੍ਹਾਉਣ ਦਾ ਬੜਾ ਸ਼ੌਂਕ ਸੀ। ਅਸੀਂ ਦੋ ਭਰਾ ਸੀ, ਮੇਰਾ ਇੱਕ ਵੱਡਾ ਭਰਾ ਸੀ। ਤੇ ਉਹਨਾਂ ਨੇ ਸਾਨੂੰ ਉਸ ਵੇਲੇ ਸੈਂਟਰਲ ਇੰਡੀਆ ਡਿਵਾਈਡ ਹੋਇਆ ਸੀ ਤੇ ਮੱਧ ਪ੍ਰਦੇਸ਼ ਸਟੇਟ ਦੀ ਬਣੀ ਸੀ, ਉਹਦੀ ਕੈਪੀਟਲ ਬਣੀ ਸੀ ਭੋਪਾਲ ਜੀ। ਸਾਨੂੰ ਉਹਨਾਂ ਨੇ ਉੱਥੇ ਭੇਜਤਾ ਤੇ ਉੱਥੇ ਅਸੀਂ ਬਿਜ਼ਨਸ ਕੀਤਾ ਫਿਰ ਜਾ ਕੇ ਦੋਨਾਂ ਭਰਾਵਾਂ ਨੇ। ਸਟੱਡੀ ਵੀ ਨਾਲ ਨਾਲ ਚੱਲਦੀ ਰਹੀ। ਮੇਰੀ ਸਾਰੀ ਸਟੱਡੀ ਮਤਲਬ ਸੈਕੰਡਰੀ ਤੱਕ ਦੀ ਸਟੱਡੀ ਸ਼ਾਹਬਾਦ ਦੀ ਹੈਗੀ। ਸੈਕੰਡਰੀ ਤੋਂ ਬਾਅਦ ਦੀ ਜਿਹੜੀ ਸਟੱਡੀ ਹੈਗੀ ਆ ਉਹ ਭੋਪਾਲ ਦੀ ਹੈਗੀ ਹੈ। ਭੋਪਾਲ ਯੂਨੀਵਰਸਿਟੀ ਤੋਂ ਮੈਂ ਫਿਰ ਜਿਸ ਵੇਲੇ ਰੂਪੋਸ਼ ਹੋਇਆ ਜੂਨ 1984 ਨੂੰ, ਉਸ ਵੇਲੇ ਮੈਂ ਲਾਅ ਕਰ ਰਿਹਾ ਸੀ, ਲਾਅ ਦੇ ਸੈਕੰਡ ਈਅਰ ਹੀ ਸੀ। ਤੇ 2 ਇਮਤਿਹਾਨ ਦੇ ਦਿੱਤੇ ਸੀ। ਤੀਸਰਾ ਫਾਈਨਲ ਦੇ ਤੇ ਤੀਸਰਾ ਪੇਪਰ ਜਿਸ ਵੇਲੇ ਸੀ ਉਦੋਂ ਦਰਬਾਰ ਸਾਹਿਬ ਤੇ ਅਟੈਕ ਹੋ ਗਿਆ। ਉਸੇ ਦੌਰਾਨ ਹੀ ਮੈਨੂੰ ਭਾਈ ਅਮਰੀਕ ਸਿੰਘ ਜੀ ਦਾ ਪਹਿਲੀ ਜੂਨ ਨੂੰ ਜਿਸ ਵੇਲੇ ਅਟੈਕ ਹੋਇਆ ਉਦੋਂ ਭਾਈ ਅਮਰੀਕ ਸਿੰਘ ਜੀ ਦਾ ਮੈਨੂੰ ਫੋਨ ਆ ਗਿਆ, ਕਹਿੰਦੇ ਪੇਪਰ ਠੀਕ ਹੋ ਰਿਹਾ। ਮੈਂ ਕਿਹਾ ਹਾਂਜੀ। ਕਹਿੰਦੇ ਜੀ ਅਟੈਕ ਹੋ ਗਿਆ ਤੇ ਆਪਣੇ ਭਰਾ ਨੂੰ ਨਹੀਂ ਇਕੱਲਾ ਛੱਡ ਦੇਂਗਾ। ਮੈਂ ਕਿਹਾ ਜੀ ਨਹੀਂ, ਮੈਂ ਆ ਰਿਹਾ। ਤੇ ਬਸ ਫਿਰ ਉਦੋਂ ਵਿੱਚ ਪੇਪਰ ਛੱਡ ਕੇ ਸਿੱਖ ਮੂਵਮੈਂਟ ਦੇ ਨਾਲ ਫਿਰ ਕਦੋਂ ਜੁੜ ਗਏ ਸੀ ਪਹਿਲਾਂ? ਕਿਉਂਕਿ ਭਾਈ ਅਮਰੀਕ ਸਿੰਘ ਹੋਰਾਂ ਦਾ ਸਿੱਧਾ ਸੰਪਰਕ ਤਾਂ ਤੁਹਾਡੇ ਨਾਲ ਬਾਅਦ 'ਚ ਹੀ ਹੋਇਆ ਹੋਊ ਨਾ? ਹਾਂਜੀ, 1973 ਵਿੱਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਮੈਂ ਭੋਪਾਲ ਵਿੱਚ ਮੈਂਬਰ ਬਣਿਆ ਸੀ ਜੀ। ਫਿਰ ਮੈਂ ਭੋਪਾਲ ਵਿੱਚ ਰਹਿੰਦੇ ਹੋਏ ਫੈਡਰੇਸ਼ਨ ਨੂੰ ਪੂਰੇ ਮੱਧ ਪ੍ਰਦੇਸ਼ ਵਿੱਚ ਖਿਲਾਰਿਆ। ਮੈਂਬਰ ਬਣਨ ਤੋਂ ਬਾਅਦ 74 ਵਿੱਚ ਮੈਂ ਪ੍ਰਧਾਨ ਬਣਿਆ ਭੋਪਾਲ ਯੂਨਿਟ ਦਾ। ਫਿਰ ਹਾਂਜੀ, ਫਿਰ ਮੈਂ 76 ਵਿੱਚ ਮੱਧ ਪ੍ਰਦੇਸ਼ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਪੂਰੀ ਮੱਧ ਪ੍ਰਦੇਸ਼ ਦਾ ਯੂਨਿਟ ਬਣਾ ਲਿਆ। ਤੇ ਪੰਜਾਬ ਤੋਂ ਬਾਹਰ ਜਿੰਨੀਆਂ ਵੀ ਯੂਨਿਟ ਸੀ ਸਾਰੀਆਂ ਮੈਂ ਬਣਾਈਆਂ ਜੀ। ਪੰਜਾਬ ਤੋਂ ਬਾਹਰ ਦੀਆਂ ਲਗਭਗ 350 ਸਰਕਲ ਯੂਨਿਟਸ ਮੈਂ ਬਣਾਏ ਪੰਜਾਬ ਤੋਂ ਬਾਹਰ। 3 ਦਰਜਨ ਗਵਰਨਮੈਂਟ ਟ੍ਰੇਨਿੰਗ ਕੈਂਪ ਲਗਾਏ ਮੈਂ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਜਿਹੜੀ ਪ੍ਰਧਾਨਗੀ ਚੱਲਦੀ ਸੀ ਉਹ ਸਟੂਡੈਂਟਸ ਕੋਲ ਨਹੀਂ ਸੀ ਹੁੰਦੀ। ਪਹਿਲਾਂ ਪ੍ਰੋਫੈਸਰ ਹਰੀ ਸਿੰਘ ਰਹੇ, ਫਿਰ ਪ੍ਰੋਫੈਸਰ ਜਗੀਰ ਸਿੰਘ ਪ੍ਰਧਾਨ ਬਣ ਗਏ, ਖਾਲਸਾ ਕਾਲਜ ਵਾਲੇ ਸਨ। ਤੇ ਮੇਰੀ ਹਮੇਸ਼ਾ ਤਾਂਘ ਸੀ ਕਿ ਵੀ ਸਟੂਡੈਂਟਸ ਦੀ ਆਰਗੇਨਾਈਜੇਸ਼ਨ ਹੈ ਤੇ ਸਟੂਡੈਂਟਸ ਦਾ ਹੀ ਪ੍ਰਧਾਨ ਬਣਨਾ ਚਾਹੀਦਾ। ਅਸੀਂ ਟੈਗੋਰ ਥੀਏਟਰ ਚੰਡੀਗੜ੍ਹ ਵਿੱਚ 1978 ਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਦਾਸ ਨੇ, ਕਿਉਂਕਿ ਉਸ ਵੇਲੇ ਦਾਸ ਆਰਗੇਨਾਈਜ਼ਿੰਗ ਸੈਕਟਰੀ ਸੀ ਆਲ ਇੰਡੀਆ ਦਾ ਜੀ, ਮੈਂ ਇਜਲਾਸ ਸੱਦਿਆ ਉੱਥੇ। ਤੇ ਟੈਗੋਰ ਥੀਏਟਰ ਵਿੱਚ ਭਾਈ ਅਮਰੀਕ ਸਿੰਘ ਨੂੰ ਅਸੀਂ ਪ੍ਰਧਾਨ ਬਣਾਇਆ। ਉਦੋਂ ਖਾਲਸਾ ਕਾਲਜ ਦੇ ਸਟੂਡੈਂਟ ਸੀ। ਤੇ ਮੈਂ ਸਟੂਡੈਂਟਸ ਇਸ ਫੈਡਰੇਸ਼ਨ ਨੂੰ ਫਿਰ ਲੈ ਕੇ ਗਿਆ। ਤੇ ਭਾਈ ਅਮਰੀਕ ਸਿੰਘ ਜੀ ਨੇ ਮੇਰੇ ਨਾਲ, ਭਾਈ ਅਮਰੀਕ ਸਿੰਘ ਜੀ ਦੇ ਬਹੁਤ ਅੱਛੇ ਤਾਲੁਕਾਤ ਸਨ। ਉਹਨਾਂ ਦੇ ਫਾਦਰ ਸਾਹਿਬ ਦੇ ਭਾਈ ਕਰਤਾਰ ਸਿੰਘ ਜੀ ਦੇ ਬਹੁਤ ਅੱਛੇ ਤਾਲੁਕਾਤ ਸਨ। ਅਸੀਂ ਫਿਰ ਫੈਡਰੇਸ਼ਨ ਨੂੰ ਨਵੇਕਲੀ ਦਿਸ਼ਾ ਲੈ ਕੇ ਗਏ। ਉਸ ਦੇ ਕਨਸਟੀਟਿਊਸ਼ਨ ਦੇ ਤਹਿਤ ਅਸੀਂ ਤੈਅ ਕੀਤਾ ਪੂਰੇ ਪੰਜਾਬ ਦੇ ਹਰ ਕਾਲਜ ਵਿੱਚ ਯੂਨਿਟ ਬਣਾਏ, ਦਿੱਲੀ 'ਚ ਬਣਾਏ, ਪੂਰੇ ਭਾਰਤ ਵਿੱਚ ਬਣਾਏ। ਤੇ ਮੈਂ ਭਾਈ ਅਮਰੀਕ ਸਿੰਘ ਜੀ ਨਾਲ ਇਲੈਕਟਡ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਮੇਸ਼ਾ ਚੱਲਦਾ ਰਿਹਾ। ਤੇ ਜੂਨ 84 'ਚ ਵੀ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਸੀ ਜਿਸ ਵੇਲੇ ਭਾਈ ਅਮਰੀਕ ਸਿੰਘ ਜੀ ਦੀ ਪ੍ਰਧਾਨ ਸੀ। ਹਥਿਆਰਬੰਦ ਸੰਘਰਸ਼ ਵਾਲੇ ਰਾਹ ਕਦੋਂ ਕੁ ਤੁਰੇ ਤੁਸੀਂ? ਹਾਂਜੀ, ਹਥਿਆਰਬੰਦ ਨਹੀਂ, ਹਥਿਆਰਬੰਦ ਵਾਲਾ ਰਾਹ ਦੇਖੋ ਜੀ ਅਸੀਂ ਨਹੀਂ ਕਦੇ ਵੀ ਅਡਾਪਟ ਕੀਤਾ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਇਹ ਮੰਤਵ ਨਹੀਂ ਸੀ ਹੈਗਾ। ਹਥਿਆਰਬੰਦ ਰਾਹ ਸਾਡੇ ਤੇ ਭਾਰਤ ਸਰਕਾਰ ਨੇ ਥੋਪਿਆ। ਫੈਡਰੇਸ਼ਨ ਨੇ ਕਦੇ ਹਥਿਆਰ ਨਹੀਂ ਚੁੱਕੇ, ਨਾ ਫੈਡਰੇਸ਼ਨ ਦੇ ਮੁੱਖ ਮੰਤਵਾਂ ਵਿੱਚ ਹਥਿਆਰ ਚੁੱਕਣ ਦਾ ਕੋਈ ਏਜੰਡਾ ਹੈਗਾ। ਸਾਡਾ ਏਜੰਡਾ ਡੈਮੋਕ੍ਰੈਟਿਕਲੀ, ਪੀਸਫੁਲੀ ਇੱਕ ਅਜਿਹਾ ਦੇਸ਼ ਕਾਲ ਕਰਨਾ ਜਿਸ ਵਿੱਚ ਸਿੱਖੀ ਜਜ਼ਬਾ ਪ੍ਰਫੁੱਲਤ ਹੋ ਸਕੇ। ਇਹ ਫੈਡਰੇਸ਼ਨ ਨੇ 1944 'ਚ ਅਡਾਪਟ ਕੀਤਾ। ਕਿਸੇ ਵੀ ਫੈਡਰੇਸ਼ਨ ਦੇ ਆਗੂ ਦਾ ਜੂਨ 84 ਤੱਕ ਵੀ ਤੁਸੀਂ ਹਥਿਆਰਬੰਦ ਸੰਘਰਸ਼ ਵਿੱਚ ਹਿੱਸੇਦਾਰੀ ਨਹੀਂ ਦੇਖ ਸਕਦੇ। ਅਸੀਂ ਥਾਟ ਦੀ ਰਿਪਰੈਜ਼ੈਂਟੇਸ਼ਨ ਕੀਤੀ ਹੈ, ਡਾਇਲੌਗ ਦੀ ਕੀਤੀ ਹੈ, ਧਰਮ ਦੇ ਪ੍ਰਚਾਰ ਦੀ ਕੀਤੀ ਹੈ, ਸੋਸ਼ੋ ਪੋਲੀਟੀਕਲ ਪ੍ਰਚਾਰ ਦੀ ਕੀਤੀ ਹੈ। ਚੰਗਾ ਕਰੈਕਟਰ ਸਿੱਖ ਦਾ ਬਣਾਉਣਾ ਇਹ ਸਾਡਾ ਉਦੇਸ਼ ਸੀ। ਸਟੂਡੈਂਟਸ ਨੂੰ ਚੰਗਾ ਸਟੂਡੈਂਟਸ ਬਣਾ ਕੇ IAS, IPS, PCS ਪੱਧਰ ਤੱਕ ਲੈ ਕੇ ਜਾਣਾ,
ਇਹ ਸਾਡੇ ਉਦੇਸ਼ ਸਨ। ਜਿਸ ਵੇਲੇ ਸਾਡੇ ਤੇ ਤੀਜਾ ਘੱਲੂਘਾਰਾ ਥੋਪ ਦਿੱਤਾ ਗਿਆ। ਪਰ ਸਿੰਘ ਸਾਹਿਬ ਉਦੋਂ ਪਹਿਲਾਂ ਵੀ ਤਾਂ ਹਥਿਆਰ ਤਾਂ ਮੁੰਡਿਆਂ ਦੇ ਕੋਲ ਸੀਗੇ। ਉੱਥੇ ਜੇ ਆਪਾਂ ਤਸਵੀਰਾਂ ਦੇਖਦੇ ਹਾਂ ਜਾਂ ਕੁਝ ਹੋਰ ਹੈ, ਉਹ ਤਾਂ ਬਹੁਤ ਸਾਰੇ ਲੋਕਾਂ ਦੇ ਕੋਲੇ ਹਥਿਆਰ ਸੀ। ਮੈਂ ਤੁਹਾਨੂੰ ਉਹੀ ਚੀਜ਼ ਸਪਸ਼ਟ ਕਰ ਰਿਹਾ, ਕਿਉਂਕਿ ਬੜੀਆਂ ਚੀਜ਼ਾਂ ਨਾ ਮੀਡੀਆ ਵਿੱਚ ਤੇ ਪ੍ਰਿੰਟ ਔਰ ਟੈਲੀਮੀਡੀਆ ਤਾਂ ਉਦੋਂ ਬਹੁਤ ਘੱਟ ਸੀ, ਜ਼ਿਆਦਾਤਰ ਸਰਕਾਰੀ ਮੀਡੀਆ ਸੀ। ਉਸ ਵੇਲੇ ਪ੍ਰਾਈਵੇਟ ਮੀਡੀਆ ਵੀ ਘੱਟ ਸੀ, ਇੰਡੀਪੈਂਡੈਂਟ ਮੀਡੀਆ ਵੀ ਬਹੁਤ ਘੱਟ ਸੀ। ਉਹਨਾਂ ਨੇ ਗਲਤ ਪ੍ਰਚਾਰ ਕੀਤੇ। ਮੈਂ ਨਹੀਂ ਕਹਿ ਰਿਹਾ ਕਿ ਹਥਿਆਰਬੰਦ ਬੰਦੇ ਨਹੀਂ ਸੀ, ਹਥਿਆਰਬੰਦ ਬੰਦੇ ਸੀ, ਠੀਕ ਆ ਨਾ। ਉਹ ਅਕਾਲ ਫੈਡਰੇਸ਼ਨ ਵੱਖਰੀ ਸੀ, ਅਖੰਡ ਕੀਰਤਨੀ ਜਥੇ ਨਾਲ। ਹਾਂਜੀ, ਠੀਕ ਆ ਨਾ ਜੀ। ਜਿਹੜੇ ਦਮਦਮੀ ਟਕਸਾਲ ਦੇ ਭਾਈ ਪਿੰਡਰਾਲਿਆਂ ਨਾਲ ਹਥਿਆਰਬੰਦ ਤੁਸੀਂ ਸਿੰਘ ਦੇਖਦੇ ਹੋ, ਉਹਨਾਂ ਸਾਰਿਆਂ ਕੋਲ ਲਾਇਸੈਂਸੀ ਹਥਿਆਰ ਸੀ। ਲਾਇਸੈਂਸੀ ਹਥਿਆਰ ਰੱਖਣਾ ਦੇਸ਼ ਵਿੱਚ ਕੋਈ ਗੁਨਾਹ ਨਹੀਂ ਹੈ, ਸਹੀ। ਅੱਜ ਵੀ ਅਸੀਂ ਰੱਖਦੇ ਹਾਂ, ਠੀਕ ਆ ਨਾ ਜੀ। ਮੈਂ ਤੁਹਾਨੂੰ ਗੱਲ ਕੀਤੀ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਿਸੇ ਵੀ ਅਹੁਦੇਦਾਰ ਨੂੰ ਤੁਸੀਂ ਹਥਿਆਰਬੰਦ ਨਹੀਂ ਦੇਖੋਗੇ, ਈਵਨ ਭਾਈ ਅਮਰੀਕ ਸਿੰਘ ਜੀ ਨੂੰ ਵੀ, ਠੀਕ ਹੈ ਨਾ। ਉਹਨਾਂ ਕੋਲ ਆਪਣੀ ਲਾਇਸੈਂਸੀ ਰਿਵਾਲਵਰ ਸੀ। ਉਸ ਤੋਂ ਸਿਵਾ ਕਦੇ ਉਹਨਾਂ ਦੇ ਹੱਥ 'ਚ ਤੁਸੀਂ ਕੋਈ ਹਥਿਆਰ ਨਹੀਂ ਦੇਖਿਆ ਹੋਣਾ। ਇਹ ਗਲਤ ਪ੍ਰਾਪੇਗੰਡਾ ਕੀਤਾ ਗਿਆ ਜਿੰਨਾ ਵੀ ਕੀਤਾ। 1 ਜੂਨ ਨੂੰ ਤੁਹਾਨੂੰ ਭਾਈ ਅਮਰੀਕ ਸਿੰਘ ਦੀ ਕਾਲ ਆਉਂਦੀ ਹੈ। ਹਾਂਜੀ। ਫਿਰ ਕਦੋਂ ਜਾਂਦੇ ਤੁਸੀਂ ਉੱਥੇ? ਮੈਂ 3 ਜੂਨ ਨੂੰ ਪਹੁੰਚ ਜਾਂਦਾ ਜੀ ਸ੍ਰੀ ਦਰਬਾਰ ਸਾਹਿਬ ਵਿੱਚ। ਉਦੋਂ ਐਂਟਰੀ ਸੀਗੀ, ਐ ਜਾਣ ਦੇ ਚਾਂਸਸ? ਵੀਰ ਜੀ ਐਕਚੁਅਲ ਗੱਲਾਂ ਨੇ ਕਿ ਐਂਟਰੀਆਂ ਹੋਰ ਆਉਣ ਔਰ ਜਾਣ ਦੇ ਰਾਹ ਤਾਂ ਸਾਡੇ ਕੋਲ 12 ਜੂਨ ਤੱਕ ਸੀ। 12 ਜੂਨ ਤੋਂ ਬਾਅਦ ਉਹ ਰਾਹ ਇਹਨਾਂ ਨੇ ਐਕਸਪਲੋਰ ਕੀਤੇ ਨੇ। ਜਿਹੜੀ ਆਖਰੀ ਬੈਟਲ ਦਰਬਾਰ ਸਾਹਿਬ ਦੇ ਵਿੱਚ ਹੋਈ ਹੈ, ਮੈਂ ਉਹਨੂੰ ਆਖਰੀ ਬੈਟਲ ਕਹਿੰਦਾ, ਉਹ 12 ਜੂਨ ਦੀ ਹੈ। ਅੱਛਾ। 2 ਨੌਜਵਾਨ ਆਪਣਾ ਜਿਹੜੀਆਂ ਹੇਠਾਂ ਅੰਡਰਗਰਾਉਂਡ ਕੈਨਾਲ ਸੀ, ਉਹਨਾਂ ਵਿੱਚੋਂ 2 ਨੌਜਵਾਨਾਂ ਨੇ 12 ਜੂਨ ਨੂੰ ਵੀ 2 ਮਿਲਟਰੀ ਅਫਸਰਸ ਨੂੰ ਤੇ 4 ਮਿਲਟਰੀ ਮੈਨ ਨੂੰ ਉਹਨਾਂ ਨੇ ਸੋਧਿਆ। ਇਹ ਭਾਰਤ ਸਰਕਾਰ ਖੁਦ ਮੰਨਦੀ ਹੈ, ਵਾਈਟ ਪੇਪਰ ਖੁਦ ਮੰਨਦਾ। ਤੇ 12 ਤਰੀਕ ਤੱਕ ਮਤਲਬ ਐਸਾ ਨਹੀਂ ਹੈ ਕਿ ਜਿਹੜੇ ਜਾਣਾ ਚਾਹਣ ਉਹਨਾਂ ਕੋਲ ਰਾਹ ਨਹੀਂ ਸੀ, ਜਾਂ ਜਿਹੜੇ ਆਣਾ ਚਾਹਣ ਉਹਨਾਂ ਕੋਲ ਰਾਹ ਨਹੀਂ ਸੀ। ਰਾਹ ਸਾਡੇ ਕੋਲ ਸਾਰੇ ਸੀ। ਤੇ ਸੰਤਾਂ ਨੂੰ ਤੁਸੀਂ ਉਦੋਂ ਪਹਿਲਾਂ ਕਿੰਨੇ ਕੁ ਵਾਰ ਮਿਲੇ ਸੀ, ਜਾਂ ਕਿੰਨੀ ਕੁ ਨੇੜਤਾ ਸੀ? ਮੈਂ ਤੁਹਾਨੂੰ ਦੱਸਿਆ ਕਿ ਦਮਦਮੀ ਟਕਸਾਲ ਨਾਲ ਜਿਹੜੀ ਦਾਸ ਦੀ ਨੇੜਤਾ ਸੀ ਜੀ, ਉਹ ਬਾਬਾ ਕਰਤਾਰ ਸਿੰਘ ਜੀ ਤੋਂ ਸੀ। ਬਾਬਾ ਕਰਤਾਰ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਦੇ ਪਿਤਾ ਜੀ ਸਨ ਜੀ। ਉਹ ਕੈਮਿਸਟਰੀ ਦੇ MSc ਸੀ, ਗੋਲਡ ਮੈਡਲਿਸਟ ਸੀ ਪੰਜਾਬ ਵਿੱਚ, ਠੀਕ ਹੈ ਜੀ। ਉਹ ਧਰਮ ਦਾ ਪ੍ਰਚਾਰ ਕਰਦੇ ਸੀ, ਸਟੂਡੈਂਟਸ ਨਾਲ ਉਹਨਾਂ ਦਾ ਬੜਾ ਤਾਲੁਕ ਸੀ, ਤੇ ਹਮੇਸ਼ਾ ਉਹ ਭੋਪਾਲ ਆਉਂਦੇ ਸੀ। ਸਾਲ ਵਿੱਚ 1 ਮਹੀਨਾ ਭੋਪਾਲ ਰਹਿੰਦੇ ਸੀ, ਅਸੀਂ ਉਹਨਾਂ ਦੀ ਮੇਜ਼ਬਾਨੀ ਕਰਦੇ ਸੀ। ਜੀ ਜੀ। ਦਮਦਮੀ ਟਕਸਾਲ ਨਾਲ ਦਾਸ ਦਾ ਤਾਲੁਕ ਉਦੋਂ ਤੋਂ ਚੱਲ ਰਿਹਾ, ਤੇ ਭਿੰਡਰਾਂਵਾਲਿਆਂ ਨਾਲ ਵੀ ਬੜਾ ਨਜ਼ਦੀਕਤਾ ਦਾ ਚੱਲ ਰਿਹਾ, ਭਾਈ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨਾਲ। ਤੇ ਐਸੀ ਇਹ ਮਤਲਬ, ਪਰ ਮੈਂ ਟਕਸਾਲ ਦਾ ਹਿੱਸਾ ਨਹੀਂ ਬਣਿਆ ਕਦੇ ਵੀ, ਨਾ ਮੈਂ ਟਕਸਾਲ ਹੀ ਜਾ ਕੇ ਕਦੇ ਰਿਹਾ, ਕਿਉਂਕਿ ਸਾਡਾ ਫੈਡਰੇਸ਼ਨ ਦਾ ਤੇ ਦਮਦਮੀ ਟਕਸਾਲ ਦਾ ਇੱਕ ਪੈਰੇਲਲ ਪੱਖ ਸੀ। ਅਸੀਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਅਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਵਿਆਖਿਆ ਨੂੰ ਪ੍ਰਵਾਨ ਕਰਦੇ ਸੀ। ਦਮਦਮੀ ਟਕਸਾਲ ਆਪਣੀ ਪਰੰਪਰਾਗਤ ਵਿਆਖਿਆ ਅਤੇ ਮਰਿਆਦਾ ਨੂੰ ਮੰਨਦੀ ਸੀ। ਉਹ ਕਿਤੇ ਨਾ ਕਿਤੇ ਕੰਟਰਡਿਕਸ਼ਨ, ਉਹ ਕੰਟਰਾਡਿਕਸ਼ਨ ਅਸੀਂ ਬਣਨ ਨਹੀਂ ਦਿੱਤੀ। ਮੈਂ ਬੜਾ ਸਪਸ਼ਟ ਰਿਹਾ, ਭਾਈ ਅਮਰੀਕ ਸਿੰਘ ਜੀ ਬੜੇ ਸਪਸ਼ਟ ਰਹੇ ਨੇ ਕਿ ਵੀ ਅਸੀਂ ਇਸ ਰਾਹ ਤੇ ਤੁਰਨਾ, ਤੁਸੀਂ ਆਪਣੇ ਰਾਹ ਤੇ ਤੁਰੀ ਜਾਓ। ਈਵਨ ਜਦੋਂ ਭਾਈ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਹਰ ਗੁਰਮਤਿ ਟ੍ਰੇਨਿੰਗ ਕੈਂਪ ਵਿੱਚ ਆਉਂਦੇ ਸਨ, ਜਦੋਂ ਮੁਖੀ ਬਣ ਗਏ। ਉਸ ਤੋਂ ਪਹਿਲਾਂ ਬਾਬਾ ਕਰਤਾਰ ਸਿੰਘ ਜੀ ਆਉਂਦੇ ਰਹੇ ਜੀ। ਉਹਨਾਂ ਨੇ ਕਦੇ ਵੀ ਗੁਰਮਤਿ ਟ੍ਰੇਨਿੰਗ ਕੈਂਪਾਂ ਵਿੱਚ ਆ ਕੇ ਦਮਦਮੀ ਟਕਸਾਲ ਦੀ ਮਰਿਆਦਾ ਦੀ ਗੱਲ ਨਹੀਂ ਸੀ ਕੀਤੀ। ਉੱਥੇ ਉਹ ਸਿੱਖ ਰਹਿਤ ਮਰਿਆਦਾ ਦੀ ਹੀ ਗੱਲ ਕਰਦੇ ਸੀ। ਇਹ ਸਾਡਾ ਇੱਕ ਬੜਾ ਅੱਛਾ ਸੁਮੇਲ ਬਣਿਆ ਹੋਇਆ ਸੀ ਜੀ। ਤੇ ਆਪਰੇਸ਼ਨ ਬਲੂ ਸਟਾਰ ਚੱਲ ਰਿਹਾ, 3 ਜੂਨ ਨੂੰ ਤੁਸੀਂ ਉੱਥੇ ਪਹੁੰਚੇ, ਕੀ ਮਾਹੌਲ ਸੀ ਉਹ? ਵੀਰ ਜੀ ਉਹ ਮਾਹੌਲ ਮਤਲਬ ਜਾਂ ਤਾਂ ਅੱਖੀ ਡਿੱਠਾ ਔਰ ਆਪਣੇ ਅੱਖਾਂ ਦੇ ਸਾਹਮਣੇ ਫਰੇਮ ਬਾਈ ਫਰੇਮ ਚਲਾਇਆ ਜਾ ਸਕਦਾ, ਬਿਆਨ ਕਰਨਾ ਬਹੁਤ ਔਖਾ ਹੈ। ਬਹੁਤ ਕੁਝ ਲੋਕਾਂ ਨੇ ਕਿਹਾ, ਮੈਂ ਹਮੇਸ਼ਾ ਕਹਿੰਦਾ, ਆਪਣੀਆਂ ਵੀਡੀਓ ਵਿੱਚ ਵੀ ਕਹਿੰਦਾ ਕਿ 98% ਝੂਠ ਪ੍ਰਚਾਰਿਆ ਗਿਆ। 98% ਜ਼ਿਆਦਾਤਰ ਉਹੀ ਗੱਲਾਂ ਨੂੰ ਪ੍ਰਚਾਰਿਆ ਜਾ ਰਿਹਾ ਜਿਹੜੀਆਂ ਗੱਲਾਂ ਭਾਰਤ ਸਰਕਾਰ ਚਾਹੁੰਦੀ ਸੀ ਜਾਂ ਗੌਰਮੈਂਟ ਏਜੰਸੀਜ਼ ਚਾਹੁੰਦੀਆਂ ਸਨ, ਉਹਨਾਂ ਨੂੰ ਹੀ ਦੁਹਰਾਇਆ ਜਾਂਦਾ। ਉਹਨਾਂ ਤੇ ਹੀ, ਉਹਨਾਂ ਦੇ ਆਧਾਰ 'ਤੇ ਕਿਤਾਬਾਂ ਲਿਖੀਆਂ ਗਈਆਂ,
ਉਹਨਾਂ ਦੇ ਆਧਾਰ ਤੇ ਹੀ ਸਾਰਾ ਕੁਝ ਹੋਇਆ। ਬੇਸਿਕ ਜਿਹੜੀ ਗੱਲ ਹੈਗੀ ਉਹ ਇਹ ਹੈਗੀ ਕਿ ਭਾਰਤ ਦੀ 1.5 ਲੱਖ ਫੌਜ ਦਾ ਟਾਕਰਾ 3 ਦਰਜਨ ਸਿੰਘਾਂ ਨੇ ਕੀਤਾ। ਸਹੀ ਗੱਲ। ਅਸਲ ਸੱਚਾਈ ਹੈ ਜੀ। ਇਸ ਨੂੰ ਜਿੰਨੀ ਮਰਜ਼ੀ ਵਧਾ ਲਓ, ਜਿੰਨੀ ਮਰਜ਼ੀ ਘਟਾ ਲਓ। ਤੁਸੀਂ ਕਿੱਥੇ ਸੀ ਉਦੋਂ ਫਿਰ? ਕਿਹੜੇ ਕਮਰੇ 'ਚ ਜਾਂ ਕਿਹੜੇ ਪਾਸੇ ਸੀਗੇ? ਮੈਂ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੱਧਾ ਗਿਆ ਸੀ, ਕਿਉਂਕਿ ਜਦੋਂ ਮੈਂ ਪਹੁੰਚਿਆ 3 ਤਰੀਕ ਦੀ ਅੱਧੀ ਰਾਤ ਤੋਂ ਬਾਅਦ, ਉਸ ਵੇਲੇ ਭਾਈ ਅਮਰੀਕ ਸਿੰਘ ਜੀ ਵੀ ਉੱਥੇ ਹੀ ਸਨ ਤੇ ਬਾਬਾ ਜਰਨੈਲ ਸਿੰਘ ਜੀ ਵੀ ਉੱਥੇ ਹੀ ਸਨ। ਤੁਹਾਡੀ ਐਕਟੀਵਿਟੀ ਕੀ ਰਹੀ ਫਿਰ ਉੱਥੇ? ਇਹ ਮੈਂ ਹਾਲੇ ਕੋਈ ਬਿਆਨਾ ਨਹੀਂ ਤਾਂ ਦੇ ਬਹੁਤ ਰਿਹਾ। ਟਾਈਮ ਹੋ ਗਿਆ ਜੀ, ਮੇਰੇ ਖਿਆਲ 'ਚ ਦੇ ਦੇਣੀ ਐਕਚੁਅਲ ਦੇਖੋ ਬੜੀਆਂ ਡਿਫਰੈਂਟ ਗੱਲਾਂ ਨੇ ਦੁਨੀਆ ਵਿੱਚ, ਬੜੇ ਲੋਕ ਬੋਲ ਰਹੇ ਨੇ। ਹਾਂ ਸਹੀ ਹੈ। ਠੀਕ ਆ ਨਾ ਜੀ, ਪਰ ਜਿਹੜਾ ਬੰਦਾ ਸੱਚ ਬੋਲਦਾ ਉਹਦੇ ਤੇ ਨਿਗਾਹ ਸਭ ਦੀ ਜ਼ਿਆਦਾ ਹੁੰਦੀ ਹੈ। ਭਾਰਤ ਸਰਕਾਰ ਨੇ ਇੱਕ ਐਕਟ ਪਾਸ ਕੀਤਾ ਹੋਇਆ ਕਿ ਜਿਸ ਵੇਲੇ ਜਿਹੜਾ ਬੰਦਾ ਜਿਹੜੀ ਚੀਜ਼ ਦਾ ਇਨਸਾਫ ਕਰੇਗਾ ਉਸ ਤੇ ਉਸੇ ਦਿਨ ਤੋਂ ਉਸੇ ਬਿਆਨ ਦੇ ਆਧਾਰ ਤੇ ਕੇਸ ਦਰਜ ਹੋ ਜਾਏਗਾ। ਮੈਨੂੰ ਪਤਾ ਕਿ ਜਿੰਨੇ ਬੰਦੇ ਝੂਠ ਬੋਲ ਰਹੇ ਨੇ ਉਹਨਾਂ ਤੇ ਕੋਈ ਕੇਸ ਦਰਜ ਨਹੀਂ ਹੋਣਾ, ਕਿਉਂਕਿ ਉਹ ਸਰਕਾਰੀ ਪਾਲਿਸੀ ਦੇ ਤਹਿਤ ਹੀ ਸਾਰਾ ਕੁਝ ਹੁੰਦਾ ਹੈ। ਪਰ ਜਿਸ ਵੇਲੇ ਮੈਂ ਸੱਚ ਬੋਲਿਆ ਮੇਰੇ ਤੇ ਉਸੇ ਵੇਲੇ ਕੇਸ ਦਰਜ ਹੋ ਜਾਣਾ ਤੇ ਮੈਂ ਪੂਰੀ ਜ਼ਿੰਦਗੀ ਲਈ ਫਿਰ ਵਾਪਸ ਤਿਹਾੜ ਜੇਲ੍ਹ ਪਹੁੰਚ ਜਾਵਾਂਗਾ। ਤੇ ਇਸ ਲਈ ਮੈਂ ਆਪਣੀ ਆਟੋਬਾਇਓਗ੍ਰਾਫੀ 'ਚੋਂ ਗੱਲਾਂ ਕਰਕੇ ਜਾਊਂਗਾ। ਉਹ ਅਧਿਕਾਰ ਮੈਂ ਆਪਣੀਆਂ ਬੇਟੀਆਂ ਨੂੰ ਦਾਂਗਾ ਕਿ ਮੇਰੇ ਮਰਨ ਤੋਂ ਬਾਅਦ ਉਹ ਉਹਨੂੰ ਛਾਪ ਦੇਣ। ਸਾਨੂੰ ਵੇਟ ਕਰਨੀ ਪਊਗੀ। ਹਾਂ, ਇੰਤਜ਼ਾਰ ਕਰਨਾ ਪਏ। ਅੰਦਰਲੀਆਂ ਸੱਚਾਈਆਂ ਬਿਲਕੁਲ ਡਿਫਰੈਂਟ ਨੇ ਵੀਰ ਜੀ, ਬਿਲਕੁਲ ਡਿਫਰੈਂਟ ਨੇ। ਮੈਂ ਇੱਕ ਗੱਲ ਸਿਰ ਤੁਹਾਨੂੰ ਕਹਿ ਦੇਣੀ ਚਾਹੁੰਦਾ ਕਿ ਜਿਹੜੀ ਡੈਮੋਕ੍ਰੈਟਿਕਲੀ ਔਰ ਪੋਲੀਟੀਕਲ ਹੈ ਔਰ ਜਿਸ ਤੇ ਭਾਰਤ ਸਰਕਾਰ ਪੂਰੀ ਤਰ੍ਹਾਂ ਫਸਦੀ ਹੈ, ਠੀਕ ਹੈ ਨਾ ਜੀ। 4 ਤਰੀਕ ਨੂੰ ਵੀ ਨੈਗੋਸ਼ੀਏਸ਼ਨ ਹੁੰਦੀ ਹੈ। ਅੱਛਾ। ਜਿਸ ਵੇਲੇ ਟੋੜਾ ਔਰ ਬਰਨਾਲਾ ਸਰੈਂਡਰ ਕਰ ਦਿੰਦੇ ਨੇ, ਸਰੈਂਡਰ ਕਰਨ ਤੋਂ ਬਾਅਦ ਜਿਹੜਾ ਅਫਸਰ, ਹੁਣ ਉਹਨੇ ਤਾਂ ਕਿਤਾਬ ਵੀ ਲਿਖ ਦਿੱਤੀ, ਸਰੈਂਡਰ ਕਰਾਉਣ ਵਾਲਾ ਅਫਸਰ ਦੂਸਰਾ, ਉਹਨਾਂ ਨੂੰ ਫੜਨ ਵਾਲਾ ਅਫਸਰ ਦੂਸਰਾ, ਤੇ ਜਿਹੜਾ ਅਫਸਰ ਨੈਗੋਸ਼ੀਏਸ਼ਨ ਕਰਦਾ ਉਹਦਾ ਹਾਲੇ ਤੱਕ ਨਾਂ ਨਹੀਂ ਜੀ ਆਇਆ ਸਾਹਮਣੇ, ਉਹ ਦੂਸਰਾ। ਉਹ ਉਸ ਦਿਨ ਵੀ ਕਹਿੰਦਾ ਕਿ ਜੀ ਭਿੰਡਰਾਂ ਵਾਲਿਆਂ ਨੂੰ ਕਹੋ ਕਿ ਸਰੈਂਡਰ ਕਰ ਦੇਣ, ਉਹਨਾਂ ਦਾ ਵਾਲ ਵਿੰਗਾ ਨਹੀਂ ਹੋਏਗਾ, ਤੁਹਾਡੀਆਂ ਆਹ ਮੰਗਾਂ ਅਸੀਂ ਮੰਨਣ ਨੂੰ ਤਿਆਰ ਹਾਂ, ਹਾਲੇ ਵੀ ਤਿਆਰ ਹਾਂ। ਉੱਥੋਂ ਏਲਚੀ ਭੇਜਿਆ ਜਾਂਦਾ ਬਕਾਇਦਾ। ਮੈਂ ਪਹਿਲਾਂ ਆਪਣੀ ਇੱਕ ਵੀਡੀਓ ਵਿੱਚ ਵੀ ਕਿਹਾ ਸੀ, ਅਬਨਾਸ਼ੀ ਸਿੰਘ ਤੇ ਪਾਨ ਸਿੰਘ ਜੀ ਆਉਂਦੇ ਨੇ। ਤੁਸੀਂ ਕਹੋਗੇ ਇੰਨੀਆਂ ਗੋਲੀਆਂ, ਜਦ ਸਰਕਾਰ ਨੇ ਜਿਹੜੀ ਚੀਜ਼ ਕਰਨੀ ਉਹਨੇ ਕਰ ਲੈਣੀ ਹੈ। ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਕਿ ਬਈ ਹੁਣ ਕਾਹਦੀ ਨੈਗੋਸ਼ੀਏਸ਼ਨ। ਮਤਲਬ ਜਿਸ ਵੇਲੇ ਤੁਸੀਂ ਅਟੈਕ ਕਰ ਹੀ ਦਿੱਤਾ ਖਾਲਸਾ ਪੰਥ ਤੇ ਨਸਲਕੁਸ਼ੀ ਦਾ ਸਾਡਾ ਆਰਡਰ ਦੇ ਦਿੱਤਾ, ਜੇ ਹੁਣ ਤੁਸੀਂ ਨੈਗੋਸ਼ੀਏਸ਼ਨ ਕਰਨਾ ਆਰੰਭ ਕਰਨਾ ਚਾਹੁੰਦੇ ਹੋ ਤੇ 1 ਤਰੀਕ ਨੂੰ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਇਹ ਕਹਿ ਰਹੀ ਹੈ ਕਿ ਬਈ ਕੋਈ ਅਟੈਕ ਨਹੀਂ ਹੋਏਗਾ, ਸਾਡੀ ਗੱਲਬਾਤ ਚੱਲ ਰਹੀ ਹੈ। ਤੇ ਪਹਿਲਾਂ ਪ੍ਰਧਾਨ ਮੰਤਰੀ ਟੈਲੀਵਿਜ਼ਨ ਤੇ ਜਾ ਕੇ ਨੇਸ਼ਨ ਨੂੰ ਤੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਹੇ ਕਿ ਵੀ ਸਾਡੇ ਤੋਂ ਗਲਤੀ ਹੋ ਗਈ, ਅਸੀਂ ਮਾਫੀ ਚਾਹੁੰਦੇ ਹਾਂ, ਫੌਜ ਵਿਡਰਾ ਕੀਤੀ ਜਾਂਦੀ ਹੈ, ਉਸ ਤੋਂ ਬਾਅਦ ਨੈਗੋਸ਼ੀਏਸ਼ਨ ਕਰ ਲਾਂਗੇ। ਇਹ 4 ਤਰੀਕ ਦੀ ਗੱਲ ਜੇ, ਦੁਨੀਆ 'ਚ ਨਹੀਂ ਆਈ। ਮੈਂ ਤੁਹਾਡੇ ਰਾਹੀਂ ਅੱਜ ਪਹਿਲੀ, ਤੁਸੀਂ ਕਿਹਾ ਕੁਝ ਦੱਸੋ, ਤੁਹਾਡੇ ਰਾਹੀਂ ਮੈਂ ਪਹਿਲੀ ਵਾਰੀ ਇਹਨੂੰ ਕਰ ਰਿਹਾ। ਤੇ ਇਹ ਗੱਲਾਂ ਅੰਦਰਲੀਆਂ ਗੱਲਾਂ ਬਿਲਕੁਲ ਡਿਫਰੈਂਟ ਨੇ, ਵੱਖਰੀਆਂ ਨੇ, ਜਿਹੜੀਆਂ ਹਾਲੇ ਤੱਕ ਕੀਤੀਆਂ ਹੀ ਨਹੀਂ ਗਈਆਂ। ਸਾਰੇ ਅਕਾਲੀ ਦਲ ਦੇ ਉਸ ਵੇਲੇ ਦੇ ਲੀਡਰਸ਼ਿਪ ਨੂੰ ਪਤਾ ਸੀ। ਇਹ ਜਾਣਬੁੱਝ ਕੇ ਸਰਕਾਰ ਦਾ ਪੱਖ ਪੂਰਾ ਕਰਨ ਵਾਸਤੇ ਚੁੱਪ ਰਹੇ ਨੇ, ਕਿਉਂਕਿ ਆਪ ਕਾਣਾ ਹੀ ਸੀ। ਜਿਹੜਾ ਬੰਦਾ ਆਪ ਕਾਣਾ ਹੋਏਗਾ ਉਹ ਯਬਲੀਆਂ ਮਾਰੇਗਾ, ਇੱਧਰ ਦੀਆਂ ਗੱਲਾਂ ਕਰੇਗਾ, ਉੱਧਰ ਦੀਆਂ। ਇਹਦੇ ਸਾਡੀ ਕੋਈ ਮੁਹਾਰਤ ਨਹੀਂ ਹੈਗੀ, ਜਾਂ ਅਸੀਂ ਕੋਈ ਵੱਡੇ ਨਹੀਂ ਬਣ ਜਾਂਦੇ ਜੀ ਕਿ ਅਸੀਂ ਇਹ ਮੁਕਾਬਲੇ ਕੀਤੇ, ਅਸੀਂ ਇਹ ਵੈਪਨ ਚਲਾਏ, ਅਸੀਂ ਉਹ ਵੈਪਨ ਚਲਾਏ। ਸਾਡਾ ਕਿਰਦਾਰ ਅਤੇ ਸਾਡਾ ਕੱਦ ਪੰਥ ਤੇ ਕੌਮ ਨਾਲ ਉੱਚਾ ਹੋਣਾ, ਵਿਅਕਤੀ ਨਾਲ ਨਹੀਂ ਹੋਣਾ। ਪੰਥ ਤੇ ਕੌਮ ਦੀ ਗੱਲ ਜਿਸ ਵੇਲੇ ਅਸੀਂ ਕਰਨੀ ਸੀ, ਉਹ ਹੋਣੀ ਸੀ ਪ੍ਰਾਪਤੀ ਰਾਹੀਂ। ਤੇ ਨੈਟਸ਼ਲ ਉਸ ਵੇਲੇ ਜਿਹੜੀ ਪ੍ਰਾਪਤੀਆਂ ਉਦੋਂ ਤੱਕ ਹੋ ਚੁੱਕੀਆਂ ਸੀ, ਉਹਨਾਂ ਨੂੰ ਅਕਾਲੀ ਦਲ ਨੇ ਤਾਰਪੀਡੋ ਕੀਤਾ। ਤੇ ਜਿੰਨੇ ਬੰਦੇ ਵੀ ਆਪਰੇਸ਼ਨ ਬਲੂ ਸਟਾਰ ਕਹਿ ਕੇ ਬੋਲਦੇ ਨੇ, ਉਹਨਾਂ ਪ੍ਰਾਪਤੀਆਂ ਨੂੰ ਨਿਗੂਣਾ ਕਰਦੇ ਨੇ। ਕੱਦ ਉੱਚਾ ਕਰਨ ਵਾਸਤੇ ਹਾਲੇ ਤੱਕ ਕੋਈ ਨਹੀਂ ਬੋਲ ਰਿਹਾ। ਤੁਸੀਂ ਫਿਰ ਬਾਹਰ ਕਿਵੇਂ ਆਏ? ਕਿਉਂਕਿ ਉੱਥੇ ਮਾਹੌਲ ਦੀ ਵੀ ਇਹ ਗੱਲ ਹੈ ਨਾ
ਇਹ ਗੋਲੀਆਂ ਚੱਲਦੀਆਂ ਸੀ, ਪਰ ਜਿਵੇਂ ਇੱਕ ਚੀਜ਼ ਹੋਰ ਤੁਹਾਡੀਆਂ ਗੱਲਾਂ ਚੋਂ ਨਿਕਲ ਆਉਂਦੀ ਹੈ ਕਿ 12 ਤਰੀਕ ਤੱਕ ਸਾਡੇ ਕੋਲ ਐਕਸੈਸ ਸੀਗਾ। ਬਿਲਕੁਲ। ਦੇਖੋ ਮੇਰੇ ਨਾਲ ਸੰਤਾਂ ਦਾ ਭਤੀਜਵਾਈ ਸੀ ਗੁਰਜੀਤ ਸਿੰਘ, ਜੀ। ਜਿਹੜਾ ਬਾਅਦ ਵਿੱਚ ਜ਼ਬਰਦਸਤੀ ਬੰਦੂਕ ਦੀ ਨਾਲ ਤੇ ਇਹਨਾਂ ਨੇ ਇਹ ਫੈਡਰੇਸ਼ਨ ਦਾ ਪ੍ਰਧਾਨ ਬਣਾਇਆ। ਇੱਕ ਸੀ ਸੁੰਦਰ ਨਗਰ ਦਾ ਸੁਰਿੰਦਰ ਸਿੰਘ ਜੀ। ਇੱਕ ਤੀਸਰਾ ਵਿਅਕਤੀ ਸੀ ਮੋਹਨ ਸਿੰਘ। ਅਸੀਂ 4 ਸੀ ਜਿਹੜੇ ਲਾਸਟ ਇਕੱਠੇ ਸੀ, ਉੱਥੇ ਹੀ ਸੀ। ਗੁਰਜੀਤ ਸਿੰਘ ਪੂਰਾ ਹੋ ਚੁੱਕਾ, ਮੋਹਨ ਸਿੰਘ ਪੂਰਾ ਹੋ ਚੁੱਕਾ, ਦਾਸ ਅਤੇ ਸੁਰਿੰਦਰ ਸਿੰਘ ਦੋਨੋਂ ਜਿਉਂਦੇ ਨੇ। ਠੀਕ ਹੈ ਜੀ। ਗੁਰਜੀਤ ਸਿੰਘ ਨੂੰ ਅਸੀਂ ਬੜਾ ਮਨਾ ਕੀਤਾ। ਉਸ ਵੇਲੇ ਜਿਸ ਵੇਲੇ ਇੱਕ ਵਿੱਚ 7 ਤਰੀਕ ਨੂੰ ਰਿਲੈਕਸੇਸ਼ਨ ਮਿਲੀ ਸੀ, ਇਹ ਕਹਿੰਦਾ ਮੈਂ ਨਿਕਲ ਜਾਵਾਂਗਾ, ਮੇਰੀ ਕੋਈ ਪਛਾਣ ਨਹੀਂ ਹੈਗੀ, ਤੁਹਾਡੀ ਸਾਰਿਆਂ ਦੀ ਪਛਾਣ ਹੈ, ਮੈਂ ਨਿਕਲ ਜਾਵਾਂਗਾ। ਅਸੀਂ ਇਹਨੂੰ ਮਨਾ ਕੀਤਾ ਬਈ ਤੂੰ ਨਾ ਨਿਕਲ। ਕਹਿੰਦਾ ਨਹੀਂ ਮੈਨੂੰ ਤੁਸੀਂ ਜਾਣ ਦਿਓ। ਅਸੀਂ ਕਿਹਾ ਵੀ ਠੀਕ ਹੈਗਾ ਜਾਓ। ਥੋੜੀ ਦੂਰ ਜਾਣ ਤੋਂ ਬਾਅਦ ਉਹਨੇ ਆਪਣੇ ਹੱਥੀ ਆਪਣੇ ਕੈਂਚੀ ਨਾਲ ਕੇਸ ਕਤਲ ਕੀਤੇ, ਤੇ ਉਸ ਦੀ ਸਭ ਤੋਂ ਵੱਡੀ ਗਲਤੀ ਆਈ ਸੀ ਕਿ ਉਹਨੇ ਕੇਸ ਕਤਲ ਕੀਤੇ, ਕਿਉਂਕਿ ਹੱਥ ਨਾਲ ਕੱਟੇ ਹੋਏ ਕੇਸ ਸਭ ਨੂੰ ਪਤਾ ਚੱਲ ਜਾਂਦਾ ਕਿ ਬਈ ਇਹ ਸ਼ੱਕੀ ਬੰਦਾ ਹੈ। ਜਿਵੇਂ ਹੀ ਉਹ ਗਲੀ ਚੋਂ ਕ੍ਰਾਸ ਹੋਇਆ ਤੇ ਆਪਣਾ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਅਸੀਂ ਇੱਕ ਘਰ 'ਚ ਸੀ, ਉੱਥੋਂ ਦੀ ਨਿਕਲ ਕੇ ਜਿਸ ਵੇਲੇ ਘੰਟਾ ਘਰ ਦੀ ਬਜਾਏ ਜਿੱਧਰ ਭਾਈ ਜੀਵਨ ਸਿੰਘ ਚਤਰ ਸਿੰਘ ਦੀ ਉਹ ਦੁਕਾਨ, ਉਸ ਪਾਸੇ ਤੋਂ ਉਧਰ ਮੁੜਿਆ, ਉੱਥੇ ਹੀ ਉਹਨੂੰ ਉਹਨਾਂ ਨੇ ਚੁੱਕ ਲਿਆ। ਇਹ ਬਾਅਦ ਵਿੱਚ ਮੋਗਾ ਜੇਲ੍ਹ ਵਿੱਚ ਰਿਹਾ। ਜਥੇਦਾਰ ਤੋਤਾ ਸਿੰਘ ਨੇ ਇਹਨੂੰ ਛਡਾਇਆ। ਇਹਦੇ ਵਿੱਚ ਇਹਨੂੰ ਛਡਾਉਣ ਵਿੱਚ ਜਥੇਦਾਰ ਤੋਤਾ ਸਿੰਘ ਜੀ ਦਾ ਬਹੁਤ ਵੱਡਾ ਹੱਥ ਹੈਗਾ। ਤੇ ਅਸੀਂ ਬੜੀ ਲੇਟ ਉੱਥੋਂ ਨਿਕਲੇ ਆ। ਤੁਸੀਂ ਫਿਰ ਕੀ ਸੋਚ ਕੇ ਨਿਕਲੇ? ਉਹਦਾ ਕੀ ਕਾਰਨ ਸੀਗਾ ਬਾਹਰ ਆਉਣ ਦਾ? ਨਹੀਂ, ਬਾਹਰ ਆਉਣ ਦਾ ਕਾਰਨ ਤਾਂ ਬੜਾ ਸਪਸ਼ਟ ਹੋ ਗਿਆ ਸੀ ਜੀ ਕਿ ਆਖਰੀ ਬੈਟਲ ਜਿਹੜੀ ਹੋਈ ਆ, ਹੁਣ ਲੋਕੀ ਬੜਾ ਕੁਝ ਕਹੀ ਜਾਂਦੇ ਨੇ ਜੀ, ਅਸੀਂ ਵੀ ਐਨਸੀ, ਅਸੀਂ ਵੀ ਐਨਸੀ, ਅਸੀਂ ਵੀ ਉਹ ਸੀ। ਸਿਰਫ ਇੱਕ ਵੈਪਨ ਵਾਸਤੇ ਸਾਡੇ ਕੋਲ 58 ਗੋਲੀਆਂ ਸੀ। ਚਾਰਾਂ ਕੋਲ 3 ਹੀ ਰਹਿ ਗਏ ਤੁਸੀਂ ਬਾਅਦ ਚ? ਹਾਂਜੀ। ਤੇ ਭਿੰਡਰਾਂ ਵਾਲਿਆਂ ਨੇ ਬੜੀ ਸਪਸ਼ਟ ਗੱਲ ਕਹੀ, ਕਹਿੰਦੇ ਜੀ ਤੁਸੀਂ ਵੀ ਨਿਕਲੋ, ਕਿਉਂਕਿ ਖਾਲੀ ਰਾਈਫਲ ਇਹ ਤਾਂ ਪਹਿਲਾਂ ਹੀ ਕਿਹਾ ਹੋਊਗਾ ਫਿਰ, ਕਿਉਂਕਿ ਇਹ ਤਾਂ ਦੇਖੋ ਮੇਰੇ ਤੋਂ ਪਹਿਲਾਂ ਵੀ ਬੜੇ ਸਿੰਘ ਨਿਕਲ ਗਏ ਉੱਥੋਂ। ਉਦੋਂ ਉਹਨਾਂ ਨੇ ਇਹ ਕਹਿਤਾ ਸੀ, ਕਹਿ ਦਿੱਤਾ ਸੀ ਉਹਨਾਂ ਨੇ, ਕਿਉਂਕਿ ਉਹਨਾਂ ਨਾਲ ਜਿਹੜੇ ਅਖੀਰ ਤੇ ਸਿੰਘ ਬਚੇ ਸੀ ਉਹ 2-2.25 ਦਰਜਨ ਸਨ ਉੱਥੇ। ਉਹਨਾਂ ਨੇ ਕਹਿਤਾ ਸੀ ਬਈ ਸਾਡੇ ਕੋਲ ਅਸਲਾ ਨਹੀਂ ਹੈ, ਸਾਰਾ ਖਤਮ ਹੋ ਚੁੱਕਾ, ਜਿੰਨਿਆਂ ਕੋਲ ਅਸਲਾ ਹੈਗਾ ਉਹ ਸਿਰਫ ਰੁਕਣ, ਬਾਕੀ ਸਾਰੇ ਚਲੇ ਜਾਣ। ਤੇ ਲਗਭਗ 18 ਤੋਂ 19 ਸਿੰਘ, ਜਿਵੇਂ ਗੁਰਜੀਤ ਸਿੰਘ। ਇੱਕ ਚੀਜ਼ ਹੋਰ ਦੱਸਿਓ ਜੀ ਕਿ ਸੰਤ ਭਿੰਡਰਾਂ ਵਾਲੇ ਆ ਜਿਹੜੇ, ਉਹ ਸਿੰਘਾਂ ਨੂੰ ਤਾਂ ਕਹਿ ਰਿਹਾ ਕਿ ਜਿਨ੍ਹਾਂ ਦੇ ਕੋਲੇ ਅਸਲਾ ਉਹ ਰੁਕ ਜਾਣ, ਬਾਕੀ ਨਿਕਲ ਜਾਣ, ਤੇ ਸਿੰਘਾਂ ਨੇ ਕੋਈ ਇਹੋ ਜਿਹੀ ਗੱਲ ਨਹੀਂ ਆਖੀ? ਕਿਉਂਕਿ ਜਿਵੇਂ ਗੁਰੂ ਗੋਬਿੰਦ ਸਿੰਘ ਬਾਰੇ ਕਿਹਾ ਜਾਂਦਾ ਕਿ ਪੰਥ ਨੇ ਫੈਸਲਾ ਕਰਤਾ ਸੀਗਾ ਕਿ ਉਹ ਉੱਥੋਂ ਚਮਕੌਰ ਦੀ ਗੜੀ ਛੱਡ ਜਾਣ। ਐਵੇਂ ਨਹੀਂ ਹੋਇਆ ਕਿ ਸੰਤਾਂ ਨੂੰ ਕਿਸੇ ਨੇ, ਜਿਹੜੇ ਸਿੰਘ ਸੀ ਉੱਥੇ, ਉਹਨਾਂ ਨੇ ਕਿਹਾ ਹੋਵੇ ਕਿ ਤੁਸੀਂ ਵੀ ਚਲੇ ਜਾਓ ਜੀ ਇੱਥੋਂ? ਦੇਖੋ ਇਸ ਮੁੱਦੇ ਤੇ ਹਾਲੇ ਗੱਲ ਕਰਨੀ ਮੈਂ ਵਾਜਬ ਨਹੀਂ ਸਮਝਦਾ। ਹੋਈਆਂ ਬੜੀਆਂ ਗੱਲਾਂ ਅੰਦਰ, ਬਹੁਤ ਕੁਝ ਸਾਡੇ ਡਾਇਲਾਗ ਹੁੰਦੇ ਰਹੇ, ਇਹਨਾਂ ਪਹਿਲਾਂ ਵੀ ਹੁੰਦੇ ਰਹੇ। ਈਵਨ ਜੂਨ 84 ਤਾਂ ਬੜੀ ਲੇਟ ਸਟੇਜ ਹੈਗੀ ਹੈ, ਜਿਹੜਾ ਸ੍ਰੀ ਦਰਬਾਰ ਸਾਹਿਬ ਵਿੱਚ ਮੇਰੀ ਕਮਾਂਡੈਂਟਸ਼ਿਪ ਹੇਠਾਂ ਆਖਰੀ ਗੁਰਮਤ ਟ੍ਰੇਨਿੰਗ ਕੈਂਪ ਲੱਗਾ, ਉਹ ਦਸੰਬਰ 1983 ਨੂੰ ਲੱਗਾ ਸੀ ਜੀ। ਉਹ ਮੇਰੀ ਕਮਾਂਡੈਂਟਸ਼ਿਪ ਹੇਠਾਂ ਉਸ ਵੇਲੇ ਵੀ ਬੜੀਆਂ ਗੱਲਾਂ ਹੋਈਆਂ ਸਨ, ਤੇ ਬੰਦ ਕਮਰੇ ਅਸੀਂ ਬੜੀਆਂ ਡਾਇਲਾਗ ਕਰਦੇ, ਹਮੇਸ਼ਾ ਹੀ ਕਰਦੇ ਸੀ। ਉਹ ਗੱਲਾਂ ਮੇਰੇ ਖਿਆਲ ਵਿੱਚ ਜੋ ਮਾਰਕੇ ਵਾਲੇ ਕੰਮ ਕੀਤੇ ਜਾ ਚੁੱਕੇ ਨੇ, ਉਹਨਾਂ ਨੂੰ ਦੇਖਦੇ ਹੋਏ ਹੁਣ ਉਹ ਸਾਰੀਆਂ ਗੱਲਾਂ ਨਿਗੂਣੀਆਂ ਹੋ ਗਈਆਂ, ਸਿਫਰ ਹੋ ਗਈਆਂ। ਕਿਉਂਕਿ ਇਹ ਜਿਹੜੇ ਵਿਅਕਤੀ ਆਪਣੇ ਟੀਚੇ, ਆਪਣੇ ਨਿਸ਼ਾਨੇ ਤੇ ਆਪਣੀ ਕੀਤੀ ਅਰਦਾਸ ਤੇ ਨਿਭ ਗਏ ਨੇ, ਉਹਨਾਂ ਨੇ ਪਹਿਲਾਂ ਕੀ ਕੀਤਾ ਜਾਂ ਬਾਅਦ ਵਿੱਚ ਕੀ ਕੀਤਾ, ਉਸ ਦਾ ਕੋਈ ਤਾਲੁਕ ਨਹੀਂ ਰਹਿੰਦਾ। ਜੋ ਆਪਣੀ ਕੀਤੀ ਅਰਦਾਸ ਤੇ ਨਿਭ ਗਿਆ ਉਹ ਪੂਰਨ ਹੈ, ਔਰ ਉਹੀ ਸੰਪੂਰਨ ਹੈ। ਭਿੰਡਰਾਂ ਵਾਲੇ ਜੀ ਤੇ ਭਾਈ ਅਮਰੀਕ ਸਿੰਘ ਜੀ, ਬੀਬੀ ਉਪਕਾਰ ਕੌਰ ਫੈਡਰੇਸ਼ਨ ਦੀ ਗਰਲਸ ਵਿੰਗ ਦੀ ਪ੍ਰਧਾਨ, ਇਹ ਆਪਣੀਆਂ ਕੀਤੀਆਂ ਅਰਦਾਸਾਂ ਤੇ ਨਿਭੇ ਨੇ, ਸੰਪੂਰਨ ਹੋਏ ਨੇ। ਇਸ ਲਈ ਇਹ ਸ਼ਹੀਦ ਨੇ,
ਸੰਪੂਰਨ ਨੇ ਜੀ। ਬਾਅਦ ਔਰ ਪਹਿਲਾਂ ਦੀ ਸਾਰੀ ਗੱਲ ਬਿਲਕੁਲ ਸਾਫ਼ ਹੋ ਜਾਂਦੀ ਹੈ। ਤੁਸੀਂ ਬਾਹਰ ਫਿਰ ਆਏ ਹੋ। ਸਾਨੂੰ ਬੜਾ ਸਪਸ਼ਟ ਏਜੰਡਾ ਦਿੱਤਾ ਗਿਆ ਸੀ ਚਾਰਾਂ ਨੂੰ ਕਿ ਤੁਸੀਂ ਹਰ ਕੀਮਤ ਵਿੱਚ ਬਚ ਕੇ ਨਿਕਲਣਾ ਤੇ ਦੁਨੀਆ ਨੂੰ ਜਾ ਕੇ ਸੱਚਾਈ ਦੱਸਣੀ ਹੈ, ਕਿਉਂਕਿ ਅਸੀਂ ਅੰਦਰ ਦੇਖ ਰਹੇ ਸੀ ਕਿ ਬਈ ਬਿਲਕੁਲ ਵੀ ਸੱਚ ਕਿਸੇ ਪਾਸੇ ਵੀ ਨਹੀਂ ਹੈਗਾ। 4 ਤਰੀਕ ਦੀ ਮੈਂ ਤੁਹਾਨੂੰ ਦੱਸਿਆ ਡਾਇਲਾਗ ਵਾਲੀ ਗੱਲ ਵੀ ਸੀ, ਜੀ। ਹੋਰ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਸਨ। ਫਿਰ ਅੰਦਰ ਦਰਬਾਰ ਸਾਹਿਬ ਵਿੱਚ ਕੀ ਕੁਝ ਮਿਲਟਰੀ ਨੇ ਕੀਤਾ ਉਹ ਸਾਰਾ ਕੁਝ ਸੀ। ਫਸਟ ਆਈ ਵਿਟਨੈਸ ਰਿਪੋਰਟ ਫਿਰ ਮੈਂ 16 ਜੂਨ 1984 ਨੂੰ ਜਾਰੀ ਕੀਤੀ। ਉਹ ਤੋਂ ਬਚ ਕੇ ਨਿਕਲ ਕੇ ਤੁਸੀਂ ਕਿੱਥੇ ਪਹੁੰਚੇ? ਮੈਂ ਨਿਕਲ ਕੇ ਜੀ ਪਹਿਲਾਂ ਤਾਂ ਅਜਨਾਲਾ ਗਿਆ। ਉਦੋਂ ਅਜਨਾਲਾ ਕਰਫਿਊ ਵਗੈਰਾ ਨਹੀਂ ਸੀਗਾ? ਸਾਰਾ ਪੰਜਾਬ ਸੀ ਜੀ। ਮੈਂ ਤੁਹਾਨੂੰ ਕਿਹਾ ਜਿਹੜੇ ਜਾਣਾ ਚਾਹੁੰਦੇ ਸੀ ਉਹਨਾਂ ਕੋਲ ਦੇਖੋ, ਜਿਹੜਾ ਜੁਝਾਰੂ ਹੁੰਦਾ ਜਿਹੜਾ ਗੁਰਿਲਾ ਵਾਰਫੇਅਰ ਕਰਨਾ ਜਾਣਦਾ ਉਹਨੂੰ ਫਿਰ ਇਹ ਤਾਂ ਨਹੀਂ ਹੁੰਦਾ ਕਿ ਬਈ ਇਹ ਕਿਵੇਂ ਹੋ ਗਿਆ ਜਾਂ ਉਹ ਕਿਵੇਂ ਹੋ ਗਿਆ। ਉਹ ਤੇ ਮੌਕੇ ਦੇ ਹਿਸਾਬ ਨਾਲ ਡਿਸੀਜਨ ਔਰ ਮੌਕੇ ਦੇ ਹਿਸਾਬ ਦੇ ਸਾਧਨ ਹੁੰਦੇ ਨੇ। ਉੱਥੋਂ ਮੈਂ ਚੰਡੀਗੜ੍ਹ ਆਇਆ ਅਜਨਾਲੇ ਤੋਂ। ਹਾਂਜੀ, ਸਿੱਧਾ ਚੰਡੀਗੜ੍ਹ ਬੈਠ ਕੇ ਮੈਂ ਆਪਣਾ ਫਸਟ ਆਈ ਵਿਟਨੈਸ ਰਿਪੋਰਟ ਲਿਖੀ। ਪੰਜਾਬ ਹੀ ਸਾਰੀਆਂ ਪ੍ਰੈਸਾਂ ਬੰਦ ਸੀ, ਦਿੱਲੀ ਸਾਰੀਆਂ ਪ੍ਰੈਸਾਂ ਬੰਦ ਸੀ। ਫਿਰ ਮੈਂ ਉਹਨੂੰ ਲੈ ਕੇ ਭੋਪਾਲ ਗਿਆ। ਮੈਂ ਭੋਪਾਲ ਤੋਂ ਉਹਨੂੰ ਛਪਵਾ ਕੇ ਫਿਰ ਵਾਪਸ ਆ ਕੇ 16 ਜੂਨ ਨੂੰ ਮੈਂ ਦਿੱਲੀ ਵਿੱਚ ਇੰਟਰਨੈਸ਼ਨਲ ਕਮਿਊਨਿਟੀ ਸਾਰੀਆਂ ਐਮਬੈਸੀਜ਼ ਤੇ ਸਾਰੀਆਂ ਵਿਦੇਸ਼ੀ ਅਖਬਾਰਾਂ ਦੇ ਨੁਮਾਇੰਦਿਆਂ ਨੂੰ ਤਾਜ ਹੋਟਲ ਵਿੱਚ ਇਕੱਠਾ ਕਰਵਾਇਆ। ਉੱਥੇ ਮੈਂ 16 ਜੂਨ ਨੂੰ ਫਸਟ ਆਈ ਵਿਟਨੈਸ ਰਿਪੋਰਟ ਜਾਰੀ ਕੀਤੀ। ਮੇਰੀ ਆਈ ਵਿਟਨੈਸ ਰਿਪੋਰਟ ਦੇ ਆਧਾਰ ਤੇ ਜਿੰਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਅੱਜ ਤੱਕ ਕੋਈ ਨਹੀਂ। ਹੁਣ ਉਸ ਤੋਂ ਬਾਅਦ ਹੋਰ ਬੜੀਆਂ ਗੱਲਾਂ ਸਾਹਮਣੇ ਆਈਆਂ ਨੇ, ਪਰ ਉਹ ਇੱਕ ਪੈਰਾਮੀਟਰ ਹੈਗਾ ਜਿਸ ਤੇ ਤੁਸੀਂ ਸੱਚ ਤੇ ਝੂਠ ਨੂੰ ਨਤਾਰਾ ਦੇ ਸਕਦੇ। ਕੀ ਸੀਗਾ ਸਿੰਘ ਸਾਹਿਬ ਉਹਦੇ ਵਿੱਚ? ਉਹਦੇ 'ਚ ਮੈਂ ਸਭ ਤੋਂ ਪਹਿਲਾਂ ਘੋਸ਼ਿਤ ਕੀਤਾ ਸੀ ਜੀ ਕਿ ਬਾਬਾ ਭਿੰਡਰਾਂ ਜੀ, ਜਰਨੈਲ ਸਿੰਘ ਖਾਲਸਾ ਭਿੰਡਰਾਂ, ਬਾਬਾ ਤਾਰਾ ਸਿੰਘ, ਜਰਨਲ ਸ਼ਬੇਕ ਸਿੰਘ, ਭਾਈ ਅਮਰੀਕ ਸਿੰਘ ਤੇ ਬੀਬੀ ਉਪਕਾਰ ਕੌਰ ਸ਼ਹੀਦ ਹੋ ਚੁੱਕੇ ਨੇ। ਮੇਰੀ ਐਸੇ ਸ਼ਹੀਦੀ ਵਾਲੇ ਬਿਆਨ ਤੇ ਦਮਦਮੀ ਟਕਸਾਲ ਨੇ ਮੈਨੂੰ ਕਹਿਤਾ ਗੱਦਾਰ ਹੈਗਾ, ਸਰਕਾਰ ਦਾ ਬੰਦਾ। ਬਾਬਾ ਜੀ ਸ਼ਹੀਦ ਨਹੀਂ ਹੋਏ, ਉਹ ਚੜ੍ਹਦੀ ਕਲਾ ਵਿੱਚ ਨੇ। ਉਹਨਾਂ ਦੇ ਫਾਦਰ ਸਾਹਿਬ ਜਿਹੜੇ ਕਿ ਕਦੇ ਲਾਈਮਲਾਈਟ ਵਿੱਚ ਨਹੀਂ ਸੀ ਹੈਗੇ, ਕਦੇ ਉਹਨਾਂ ਨੂੰ ਇੰਪੋਰਟੈਂਸ ਨਹੀਂ ਸੀ ਦਿੱਤੀ ਗਈ, ਨਾ ਭਿੰਡਰਾਂ ਵਾਲਿਆਂ ਵੱਲੋਂ ਨਾ ਦਮਦਮੀ ਟਕਸਾਲ। ਉਹਨਾਂ ਨੂੰ ਵੀ ਮੂਹਰੇ ਲਿਆਂਦਾ ਗਿਆ ਕਿ ਬਈ ਨਹੀਂ ਉਹ ਚੜ੍ਹਦੀ ਕਲਾ ਵਿੱਚ ਨੇ। ਮਤਲਬ ਇਹ ਜਿਹੜੀਆਂ ਗੱਲਾਂ ਕਹਿ ਲਓ ਨੈਗੇਟਿਵ ਤੇ ਪੋਜ਼ਿਟਿਵ ਹੋਈਆਂ। ਅਸੀਂ ਉਸ ਵੇਲੇ ਆ ਚਾਹੁੰਦੇ ਸੀ ਕਿ ਬਈ ਸੱਚ ਦੱਸ ਦਿੱਤਾ ਗਿਆ ਤੇ ਹੁਣ ਅਗਲੀ ਅਗਵਾਈ ਚੁਣ ਕੇ ਤੇ ਸੰਘਰਸ਼ ਨੂੰ ਅੱਗੇ ਤੋਰਿਆ ਜਾਏ। ਮੈਂ ਉਸ ਇੱਥੇ ਇਹੀ ਸਵਾਲ ਨਾ ਜੀ ਬਾਰ-ਬਾਰ ਆਉਂਦਾ ਹੈ ਕਿ ਸੰਤਾਂ ਦੀ ਸ਼ਹਾਦਤ ਨੂੰ ਦੱਸਿਆ ਕਿਉਂ ਨਹੀਂ ਗਿਆ? ਕੀ ਜਿਹੜਾ ਦਮਦਮੀ ਟਕਸਾਲ ਆ ਉਹਦੇ ਤੇ ਪ੍ਰੈਸ਼ਰ ਸੀ ਏਜੰਸੀਜ਼ ਦਾ, ਜਾਂ ਕੋਈ ਹੋਰ ਇਹਦੇ ਪਿੱਛੇ ਕਨਸਪੀਰੇਸੀ ਹੋ ਸਕਦੀ? ਬੜੀ ਦੇਖੋ, ਇਸ ਪਿੱਛੇ ਭਾਰਤ ਸਰਕਾਰ ਦੀ ਕਨਸਪੀਰੇਸੀ ਸੀ ਜੀ। ਬੜੀ ਸਪਸ਼ਟ ਜਿਹੀ ਗੱਲ ਹੈਗੀ ਆ। ਜਿਵੇਂ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਕਾਂਗਰਸ ਦੀ ਲੀਡਰਸ਼ਿਪ ਔਰ ਭਾਰਤ ਸਰਕਾਰ ਨੇ ਹਮੇਸ਼ਾ ਜਿਉਂਦਾ ਰੱਖਿਆ। ਕਦੇ ਉਹਨੂੰ ਕਿਤੇ ਪ੍ਰਗਟ ਕਰ ਦਿੰਦੇ ਸੀ, ਕਦੇ ਕਿਤੇ ਪ੍ਰਗਟ ਕਰ ਦਿੰਦੇ ਸੀ, ਔਰ ਉਹਦੇ ਸਾਥੀਆਂ ਕੋਲੋਂ ਹੀ ਕਹਾ ਦਿੰਦੇ ਸੀ ਜੀ ਅਸੀਂ ਦੇਖਿਆ। ਉਸ ਦੀ ਵਜ੍ਹਾ ਇਹ ਸੀ ਕਿ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਇੰਡੀਪੈਂਡੈਂਟ ਤੋਂ ਪਹਿਲਾਂ ਜਿਹੜਾ ਕਾਂਗਰਸ ਦਾ ਇਜਲਾਸ ਹੋਇਆ ਸੀ ਉਹਦੇ 'ਚ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ ਸੀ ਤੇ ਗਾਂਧੀ ਨੇ ਕਾਂਗਰਸ ਦੇ ਇਜਲਾਸ ਵਿੱਚ ਹੀ ਸੱਤਿਆਗ੍ਰਹਿ ਕਰਕੇ ਨਹਿਰੂ ਨੂੰ ਬਣਾਇਆ। ਇੱਕ ਬਹੁਤ ਵੱਡੀ ਸਾਜ਼ਿਸ਼ ਸੀ, ਕਨਸਪੀਰੇਸੀ ਸੀ। ਠੀਕ ਐਵੇਂ ਦੀ ਹੀ ਕਨਸਪੀਰੇਸੀ ਬਾਬਾ ਭਿੰਡਰਾਂ ਵਾਲਿਆਂ ਜੀ ਨਾਲ ਕੀਤੀ ਗਈ, ਕਿਉਂਕਿ ਅਸੀਂ ਫੈਡਰੇਸ਼ਨ ਔਰ ਭਿੰਡਰਾਂ ਵਾਲੇ ਦਮਦਮੀ ਟਕਸਾਲ ਨਹੀਂ, ਇੱਥੇ ਆ ਕੇ ਵੀ ਅਸੀਂ ਗੜਬੜ ਕਰ ਜਾਂਦੇ ਹਾਂ। ਜਿਹੜਾ ਸਾਡੇ ਸਿੱਖ ਸੰਘਰਸ਼ ਦਾ ਸਾਰਾ ਬੇੜਾ ਗਰਕ ਹੋਇਆ ਉਹ ਇਸ ਕਰਕੇ ਹੋਇਆ ਕਿ ਅਸੀਂ ਇਸ ਨੂੰ ਦਮਦਮੀ ਟਕਸਾਲ ਨਾਲ ਜੋੜ ਦਿੱਤਾ। ਬਾਬਾ ਭਿੰਡਰਾਂ ਵਾਲਿਆਂ ਨੇ ਦਮਦਮੀ ਟਕਸਾਲ ਨਾਲ ਜੋੜ ਕੇ ਸੰਘਰਸ਼ ਨਹੀਂ ਸੀ ਕੀਤਾ ਬਿਲਕੁਲ ਵੀ। ਉਹ ਫੈਡਰੇਸ਼ਨ ਨਾਲ ਤੇ ਉਸ ਵੇਲੇ ਉਹ ਨਵੀਂ ਤਾਕਤ ਜਿਹੜੀ ਉਭਰੀ ਸੀ ਉਸ ਨਾਲ ਜੁੜੇ ਹੋਏ ਸਨ, ਉਸ ਨਾਲ ਉਹ ਸੰਘਰਸ਼ ਕਰ ਰਹੇ ਸਨ ਜੀ। ਅਸੀਂ ਬਾਅਦ ਵਿੱਚ ਸਾਰਾ ਕੁਛ ਹੀ ਦਮਦਮੀ ਟਕਸਾਲ ਤੇ ਭਿੰਡਰਾਂ ਵਾਲਿਆਂ ਦੇ ਪਰਿਵਾਰ ਤੇ ਸੁੱਟ ਦਿੱਤਾ। ਉਹ ਸਰਕਾਰ ਨੂੰ ਬੜਾ ਭਾਇਆ। ਉਹਨਾਂ ਨੇ ਕਨਸਪੀਰੇਸੀ ਤਿਆਰ ਕੀਤੀ ਕਿ ਜੇ ਨਵੀਂ ਲੀਡਰਸ਼ਿਪ ਆ ਜਾਏਗੀ ਤੇ ਉਹ ਸੰਘਰਸ਼ ਨੂੰ ਫੇਰ ਆਨੰਦਪੁਰ ਸਾਹਿਬ ਮਤੇ ਲਈ ਹੀ ਆਰੰਭ ਕਰੇਗੀ। ਸਹੀ।
ਕਿਉਂਕਿ ਆਖਰੀ ਅਰਦਾਸ ਇਸੇ ਲਈ ਸੀ। ਅਕਾਲੀ ਦਲ ਕਹਿ ਚੁੱਕਾ ਸੀ ਬਈ ਅਸੀਂ ਸਭ ਕੁਝ ਛੱਡ ਦਾਂਗੇ, ਸਾਡਾ ਤਾਂ ਖਹਿੜਾ ਛਡਾਓ ਤੁਸੀਂ। ਫੈਡਰੇਸ਼ਨ ਦੀ ਸੀਨੀਅਰ ਮੀਤ ਪ੍ਰਧਾਨਗੀ ਦੇ ਤੌਰ ਤੇ ਮੈਂ ਵਰਕਿੰਗ ਐਕਟਿੰਗ ਪ੍ਰਧਾਨ ਬਣ ਗਿਆ ਕਨਸਟੀਟਿਊਸ਼ਨਲੀ। 16 ਜੂਨ ਨੂੰ ਮੈਂ ਅਨਾਉਂਸ ਵੀ ਕਰ ਦਿੱਤਾ, ਪ੍ਰੈਸ ਕਾਨਫਰੰਸ ਵੀ ਕਰ ਦਿੱਤੀ। 16 ਜੂਨ 1984 ਤੱਕ ਮੇਰੇ ਤੇ ਪੂਰੇ ਭਾਰਤ ਵਿੱਚ ਕਿਤੇ ਕੋਈ ਕੇਸ ਨਹੀਂ ਸੀ। ਠੀਕ ਹੈ ਨਾ। ਉਦੋਂ ਉਹ ਪ੍ਰੈਸ ਮਤਲਬ ਇੱਕ ਡੈਮੋਕ੍ਰੈਟਿਕਲੀ ਪ੍ਰੈਸ ਦੇ ਬਿਆਨ ਦੇਣ ਤੇ ਤੁਸੀਂ ਮੇਰੇ ਤੇ ਦੇਸ਼ ਦਰੋਹ ਦਾ ਤੇ ਦੇਸ਼ ਨਾਲ ਯੁੱਧ ਕਰਨ ਦਾ ਮੁਕੱਦਮਾ ਦਰਜ ਕਰਦੇ ਹੋ, ਜਿਸ ਬੰਦੇ ਤੇ ਕਦੇ ਵੀ ਕੋਈ ਕੇਸ ਨਹੀਂ ਹੈਗਾ। ਠੀਕ ਹੈ ਜੀ। ਫਿਰ ਇਹਨਾਂ ਨੇ ਕਨਸਪੀਰੇਸੀ ਦੂਸਰੀ ਤਰੀ ਬਈ ਚਲੋ ਭਿੰਡਰਾਂਵਾਲਾ ਦੀ ਤੇ ਗੱਲ ਉਹਨਾਂ ਨੇ ਖਤਮ ਕਰ ਦਿੱਤੀ। ਟੱਬਰ ਤੋਂ ਵੀ ਅਖਵਾ ਦਿੱਤਾ, ਦਮਦਮੀ ਟਕਸਾਲ ਤੋਂ ਵੀ ਅਖਵਾ ਦਿੱਤਾ ਕਿ ਵੀ ਉਹ ਜਿਉਂਦੇ ਨੇ ਤੇ ਅਤਿੰਦਰਪਾਲ ਸਿੰਘ ਗੱਦਾਰ ਹੈ, ਮਿਲ ਗਿਆ ਸਰਕਾਰ ਨਾਲ, ਇਸ ਕਰਕੇ ਇਹ ਕਹਿ ਰਿਹਾ ਸ਼ਹੀਦ ਹੈ। ਫਿਰ ਉਸ ਤੋਂ ਬਾਅਦ ਹੋਰ ਬੜੀਆਂ ਲੰਮੀਆਂ ਸਾਜ਼ਿਸ਼ਾਂ ਚੱਲੀਆਂ। ਮੈਨੂੰ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਪ੍ਰਧਾਨਗੀ ਤੋਂ ਹਟਾਉਣ ਲਈ ਸਿਮਰਨਜੀਤ ਸਿੰਘ ਮਾਨ ਨੂੰ ਵਰਤਿਆ ਗਿਆ। ਸਿਮਰਨਜੀਤ ਸਿੰਘ ਮਾਨ ਰਾਹੀਂ ਹਰਿੰਦਰ ਕਾਲੋਂ, ਜਿਹੜਾ ਕਿ ਇੱਕ ਸਕੂਲ ਟੀਚਰ ਸੀ ਦਕੋਏ ਦਾ ਜੀ, ਜਿਹੜਾ ਹੁਣ ਭਾਜਪਾਈ ਚਰਾ ਲੱਗਿਆ, ਉਸ ਨੂੰ ਜਿਹੜੇ ਹੁਣ ਬੁਲਾਰੇ ਬਣੇ ਆ, ਉਸ ਨੂੰ ਸਿਮਰਨਜੀਤ ਸਿੰਘ ਮਾਨ ਨੇ ਕਲਕੱਤਾ ਵਿੱਚ ਰਾਗੀ ਰਾਮ ਸਿੰਘ ਜਿਹੜਾ ਲੰਗੜਾ ਹੈਗਾ ਦਮਦਮੀ ਟਕਸਾਲ ਦਾ, ਉਹ ਕਮਿਕਰ ਸਿੰਘ ਹੋ ਰਹੀ ਹੈ, ਸਾਰਿਆਂ ਨੇ ਮਿਲ ਕੇ ਕਿ ਬਈ ਅਤਿੰਦਰਪਾਲ ਸਿੰਘ ਨੂੰ ਹਟਾਣਾ, ਉਹਨੂੰ ਪ੍ਰਧਾਨ ਬਣਾਤਾ ਕਿ ਬਈ ਅਸਲ ਲੀਡਰਸ਼ਿਪ ਖਤਮ ਕਰੋ, ਡੁਪਲੀਕੇਟ ਲੀਡਰਸ਼ਿਪ ਸਾਹਮਣੇ ਲਿਆਓ। ਕੱਲ ਉਹਨੂੰ ਉਦੋਂ ਪ੍ਰਧਾਨ ਬਣਾਇਆ ਤੇ ਮੈਂ, ਕਿਉਂਕਿ ਅਸੀਂ ਮੁੱਖ ਧਾਰਾ ਦੇ ਬੰਦੇ ਸੀ, ਅਸੀਂ ਕਦੇ ਵੀ ਅਹੁਦਿਆਂ ਨਾਲ ਨਹੀਂ ਚਿਪਕੇ। ਸਾਡਾ ਮੁੱਦਾ ਹੈਗਾ ਸੰਘਰਸ਼ ਤੇ ਸੰਘਰਸ਼ ਤੋਂ ਪ੍ਰਾਪਤੀ। ਮੈਂ ਹਮੇਸ਼ਾ ਪੌੜੀਆਂ ਚੜ੍ਹਿਆ ਉੱਪਰ ਨੂੰ ਖਾਲਸਾ ਪੰਥ ਨਿਮਿਤ, ਆਪਣੇ ਵਾਸਤੇ ਨਹੀਂ। ਮੈਂ ਆਪਣਾ ਸਾਰਾ ਕੁਝ ਤਬਾਹ ਕੀਤਾ, ਪੰਥ ਲਈ ਮੈਂ ਪ੍ਰਾਪਤੀਆਂ ਕੀਤੀਆਂ ਨੇ, ਔਰ ਜਿਹੜੀਆਂ ਪ੍ਰਾਪਤੀਆਂ ਦਾਸ ਤੋਂ ਅਕਾਲ ਪੁਰਖ ਨੇ ਕਰਾ ਲਈਆਂ ਨੇ, ਜਦੋਂ ਵੀ ਕਦੇ ਆਉਣ ਵਾਲੀਆਂ ਨਸਲਾਂ ਨੇ ਸੰਘਰਸ਼ ਆਰੰਭ ਕੀਤਾ ਉਹਨਾਂ ਪ੍ਰਾਪਤੀਆਂ ਤੇ ਹੀ ਹੋਏਗਾ। ਉਸ ਤੋਂ ਸਿਵਾ ਸਾਡੇ ਪੋਲੀਟੀਕਲ ਸੰਘਰਸ਼ ਦਾ ਹੋਰ ਕੋਈ ਮਿਆਰ ਨਹੀਂ ਹੈਗਾ। ਤੁਸੀਂ ਰੂਪੋਸ਼ ਹੋ ਗਏ ਉਦੋਂ ਬਾਅਦ? ਮੈਂ ਉਸ ਤੋਂ ਬਾਅਦ ਰੂਪੋਸ਼ ਰਿਹਾ ਜੀ। ਇੱਥੇ ਆ ਕੇ ਸਰਗਰਮੀਆਂ ਪੰਜਾਬ 'ਚ ਵਿੜਤੀਆਂ ਫਿਰ ਸਾਰੀਆਂ? ਮੈਂ ਟੋਟਲ ਪੰਜਾਬ ਵਿੱਚ ਆ ਗਿਆ ਜੀ। ਠੇਕੇਦਾਰੀ ਉਹਦੀ ਸ਼ੁਰੂ ਕਰਤੀ ਸੀ ਤੁਸੀਂ? ਹਾਂਜੀ, ਮੈਂ ਆਪਣਾ ਜਿਸ ਵੇਲੇ ਦੇਖੋ ਇਸ ਦੇ ਵਿੱਚ ਬੜੇ ਮਾਰਕੇ ਵਾਲੇ ਕੰਮ ਵਿੱਚ ਹੁੰਦੇ ਰਹੇ। ਜਿਸ ਵੇਲੇ ਨਵੰਬਰ 1984 ਹੋ ਗਿਆ ਤਾਂ ਉਦੋਂ ਮੈਂ ਤਿਲਕ ਨਗਰ ਦਾ ਇੱਕ ਪਰਿਵਾਰ ਸੀ, ਉਹ ਪੂਰਾ ਉੱਥੇ ਉਹਨਾਂ ਨੇ ਕਤਲ ਕਰ ਦਿੱਤਾ ਸੀ, ਪੂਰੇ ਘਰ ਨੂੰ ਅੱਗ ਲਾ ਦਿੱਤੀ ਸੀ, ਸਿੱਖ ਪਰਿਵਾਰ ਦੇ। ਉਹਦੇ ਡਾਕੂਮੈਂਟ, ਉਹਦੇ ਸਾਰੇ ਪ੍ਰੂਫ ਚੁੱਕ ਕੇ ਮੈਂ ਮੋਹਾਲੀ 'ਚ ਆ ਕੇ ਉਹਨਾਂ ਦਾ ਬਚਿਆ ਹੋਇਆ ਇੱਕ ਬੇਟਾ ਰਘਬੀਰ ਸਿੰਘ ਆਪਣੇ ਆਪ ਨੂੰ ਡਿਕਲੇਅਰ ਕਰਕੇ ਮੈਂ ਇੱਥੇ ਰਜਿਸਟਰਡ ਕਰਾ ਲਿਆ ਕਿ ਵੀ ਮੈਂ ਤਾਂ ਦਿੱਲੀ ਤੋਂ ਨਸਲਕੁਸ਼ੀ ਦਾ ਸ਼ਿਕਾਰ ਵਿਅਕਤੀ ਹਾਂ। ਮੈਂ ਸਟੇਟ ਤੋਂ ਕੋਈ ਬੈਨੀਫਿਟ ਨਹੀਂ ਲਿਆ, ਕੁਛ ਨਹੀਂ ਲਿਆ, ਤੇ ਆ ਕੇ ਮੋਹਾਲੀ 'ਚ ਮੈਂ ਕੰਟਰੈਕਟਰਸ਼ਿਪ ਸ਼ੁਰੂ ਕਰ ਦਿੱਤੀ ਤੇ ਮੈਂ ਹਮੇਸ਼ਾ ਫਿਰ ਮੋਹਾਲੀ 'ਚ ਰਿਹਾ। ਐਕਟੀਵਿਟੀਜ਼ ਚੱਲਦੀਆਂ ਰਹੀਆਂ ਤੁਹਾਡੀਆਂ? ਐਕਟੀਵਿਟੀਜ਼ ਮੇਰੀਆਂ ਪੂਰੀਆਂ ਚੱਲ ਰਹੀਆਂ, ਪੂਰੇ ਭਾਰਤ 'ਚ ਚੱਲਦੀਆਂ ਰਹੀਆਂ, ਭਾਰਤ ਤੋਂ ਬਾਹਰ ਵੀ ਚੱਲਦੀਆਂ ਰਹੀਆਂ। ਮੇਰੀ ਇੰਟਰੋਗੇਸ਼ਨ ਜਿਸ ਵੇਲੇ ਹੋਈ KPS ਗਿੱਲ ਨੇ ਕੀਤੀ। ਤੁਸੀਂ ਅਰੈਸਟ ਕਦੋਂ ਹੁੰਦੇ ਹੋ ਫਿਰ, ਕਿਵੇਂ ਹੁੰਦੇ ਹੋ? ਮੈਂ 1988 ਨੂੰ ਅਰੈਸਟ ਹੁੰਦਾ ਜੀ, 29 ਤਰੀਕ ਨੂੰ। ਕਿਵੇਂ ਬਣਦਾ ਮਾਹੌਲ ਉਹ? ਐਕਚੁਅਲ ਮੈਂ ਉਸ ਵੇਲੇ ਕੋਸ਼ਿਸ਼ ਕਰ ਰਿਹਾ ਸੀ ਕਿ ਜਿੰਨੀਆਂ ਵੀ ਖਾੜਕੂ ਜਥੇਬੰਦੀਆਂ ਨੇ, ਇਹਨਾਂ ਸਾਰਿਆਂ ਨੂੰ ਦਾਸ ਨੇ ਇਕੱਠਾ ਕੀਤਾ ਸੀ। ਇਕੱਠਾ ਕਰਨ ਤੋਂ ਬਾਅਦ ਸਾਰਿਆਂ ਹੀ ਖਾੜਕੂ ਪ੍ਰਮੁੱਖਾਂ ਨਾਲ, ਜਿੰਨੇ ਵੀ ਖਾੜਕੂ ਪ੍ਰਮੁੱਖ ਨੇ, ਮੈਂ 4 ਤੋਂ ਲੈ ਕੇ 5 ਦਿਨ ਤੱਕ ਉਹਨਾਂ ਨਾਲ ਗੁਜ਼ਾਰੇ ਨੇ, ਖੇਤਾਂ 'ਚ ਗੁਜ਼ਾਰੇ ਨੇ। ਉਹਨਾਂ ਨੂੰ ਮੈਂ ਸਮਝਾਇਆ ਕਿ ਤੁਹਾਡੇ 'ਚ ਕਿਸ ਕਦਰ ਮਿਲਟਰੀ, ਭਾਰਤੀ ਏਜੰਸੀਆਂ ਤੇ ਪੰਜਾਬ ਪੁਲਿਸ ਦੇ ਕੈਟ ਦਾਖਲ ਹੋ ਗਏ ਨੇ, ਤੁਹਾਨੂੰ ਨਹੀਂ ਪਤਾ ਹੁੰਦਾ। ਉਹਨਾਂ ਨੂੰ ਮੈਂ ਮਨਾਇਆ ਕਿ ਬਈ ਦੇਖੋ ਉਹ ਐਕਟ ਫਲਾਣੇ ਨੇ ਕੀਤਾ, ਤੁਸੀਂ ਜ਼ਿੰਮੇਵਾਰੀ ਲੈ ਲਈ। ਕਹਿੰਦੇ ਹਾਂ ਜੀ। ਸਾਰੇ ਪ੍ਰਮੁੱਖ ਮੰਨੇ, ਕਿਉਂਕਿ ਸਾਬਤ ਕਰਨਾ ਬੜਾ ਔਖਾ ਹੁੰਦਾ ਜੀ। ਉਹਨਾਂ ਨੇ ਮੈਨੂੰ ਪੁੱਛਿਆ ਤੈਨੂੰ ਕਿਵੇਂ ਪਤਾ, ਕਿਉਂਕਿ ਸ਼ੱਕ ਦੀ ਸੂਈ ਹਮੇਸ਼ਾ ਸੱਚ ਤੇ ਆਉਂਦੀ ਹੈ। ਇਹਨੂੰ ਜੇ ਪਤਾ ਵੀ ਏਜੰਸੀਆਂ ਦਾ ਬੰਦਾ। ਮੈਂ ਕਿਹਾ ਜੀ ਅੱਖ ਨੱਕ ਕੰਨ ਖੁੱਲੇ ਰੱਖੋ, ਤੁਹਾਨੂੰ ਸਾਰਾ ਕੁਝ ਪਤਾ ਚੱਲ ਜਾਂਦਾ। ਜੇ ਤੁਸੀਂ ਸੰਘਰਸ਼ ਕਰਨਾ ਹੈ ਤੇ ਫੋਰਸਾਈਟਡ ਹੋਣਾ ਪੈਣਾ, ਤੁਹਾਨੂੰ ਦੁਸ਼ਮਣ ਨੂੰ ਵੀ ਸਮਝਣਾ ਪੈਣਾ, ਆਪਣੇ ਆਪ ਨੂੰ ਵੀ ਸਮਝਣਾ ਪੈਣਾ ਤੇ ਐਕਟ ਨੂੰ ਵੀ ਸਮਝਣਾ ਪੈਣਾ। ਫਿਰ ਉਹ ਮੰਨਦੇ ਸੀ। ਹਾਂ, ਮੈਂ ਉਹਨਾਂ ਨੂੰ ਕਿਹਾ ਦੇਖੋ 5 ਦਿਨ ਮੈਂ ਤੁਹਾਡੇ ਨਾਲ ਆ,
ਮੈਂ 5 ਦਿਨ ਸਰਦਾਰ ਸੁਖਦੇਵ ਸਿੰਘ ਬੱਬਰ ਨਾਲ ਸੀ। ਉਹਨਾਂ ਦਿਨਾਂ ਵਿੱਚ 3 ਵੱਡੇ ਐਕਟ ਹੋ ਗਏ ਬੱਬਰਾਂ ਵੱਲੋਂ। ਮੈਂ ਕਿਹਾ ਦੱਸ ਬਈ, ਮੈਂ ਔਰ ਤੂੰ ਹੀ ਇਕੱਠੇ ਆ ਕਿ ਤੂੰ ਕਰਾਏ ਨੇ? ਕਹਿੰਦਾ ਨਹੀਂ। ਮੈਂ ਕਿਹਾ ਤੇਰੇ ਬੰਦਿਆਂ ਨੇ ਕੀਤੇ ਨੇ? ਕਹਿੰਦਾ ਨਹੀਂ। ਮੈਂ ਕਿਹਾ ਫਿਰ ਹੁਣ ਮੇਰੇ ਤੋਂ ਕਾਹਦੇ ਸਬੂਤ ਮੰਗ ਰਹੇ ਹੋ? ਮਤਲਬ ਇਹ ਚੀਜ਼ਾਂ ਮੈਂ ਸਾਰਿਆਂ ਨਾਲ ਮਿਲ ਕੇ ਕੀਤੀਆਂ। ਉਹਨਾਂ ਨੂੰ ਮੈਂ ਇਸ ਲੈਵਲ ਤੇ ਲੈ ਕੇ ਆਇਆ ਵੀ ਹੁਣ ਸੰਘਰਸ਼ ਜਿਹੜਾ ਸ਼ਸਤਰਬੱਧ ਸੰਘਰਸ਼ ਸੀ ਉਹ ਕੰਪਲੀਟ ਹੋ ਚੁੱਕਾ ਹੈ। ਅਸੀਂ ਜਿੰਨੇ ਕੁਝ ਕਰਨਾ ਸੀ ਅਸੀਂ ਅਚੀਵ ਕਰ ਲਿਆ। ਹੁਣ ਇਸ ਅਚੀਵਮੈਂਟ ਨੂੰ ਪਰਮਾਨੈਂਟ ਬਣਾਉਣ ਵਾਸਤੇ ਤੁਸੀਂ ਪੋਲੀਟੀਕਲ ਹੋ ਜਾਓ। ਤੁਸੀਂ ਸਾਰੇ ਇਨਾਮੀ ਹੋ, ਤੁਸੀਂ ਆਪਣੀ ਇੱਕ ਪੋਲੀਟੀਕਲ ਪਾਰਟੀ ਬਣਾਓ ਜਿਨ੍ਹਾਂ ਤੇ ਕੋਈ ਵੀ ਕੇਸ ਨਹੀਂ ਹੈ। ਉਹ ਤੁਹਾਡੇ ਟੱਬਰਾਂ ਵਿੱਚੋਂ ਨਹੀਂ ਹੋਣੇ ਚਾਹੀਦੇ, ਆਮ ਲੋਕਾਂ ਵਿੱਚੋਂ ਹੋਣੇ ਚਾਹੀਦੇ ਨੇ। ਉਹਨਾਂ ਨੂੰ ਪੋਲੀਟੀਕਲ ਪਾਰਟੀ ਬਣਾ ਕੇ ਉਹਨਾਂ ਤੋਂ ਐਫੀਡੇਵਿਟ ਲੈ ਕੇ ਕਿ ਵੀ ਇਸ ਨਿਸ਼ਾਨੇ ਲਈ ਪੋਲੀਟੀਕਲ ਪਾਰਟੀ ਹੈ, ਇਸ ਨਿਸ਼ਾਨੇ ਲਈ ਅਸੀਂ ਵਿਧਾਨ ਸਭਾ 'ਚ ਜਾਵਾਂਗੇ, 5 ਸਾਲ ਲੋਕਾਂ ਦੇ ਆ ਕੰਮ ਕਰਾਂਗੇ, ਉਸ ਤੋਂ ਬਾਅਦ ਅਸੀਂ ਆਪਣੇ ਏਜੰਡੇ ਬਾਰੇ ਕੋਈ ਮਤਾ ਪਾਸ ਕਰਾਂਗੇ। ਪਹਿਲਾਂ ਲੋਕਾਂ ਨੂੰ ਸੁੱਖ ਦਈਏ, ਐਡਮਿਨਿਸਟ੍ਰੇਸ਼ਨ ਨੂੰ ਆਪਣੇ ਕਾਬੂ 'ਚ ਕਰੀਏ। ਹਰ ਚੀਜ਼ ਜੋ ਪ੍ਰਾਪਤੀ ਕਰ ਚੁੱਕੇ ਹਨ, ਦੇਖੋ 88 ਤੱਕ ਸਿਖਰ ਤੇ ਸੀ ਮੂਵਮੈਂਟ। ਪੰਜਾਬ ਵਿੱਚ ਇੱਕ ਟਾਈਪ ਨਾਲ ਖਾੜਕੂਆਂ ਦੀ ਜਾਂ ਮੁਜਾਹਿਦੀਨਾਂ ਦੀ ਸਰਕਾਰ ਚੱਲ ਰਹੀ ਸੀ। ਮੈਂ ਕਿਹਾ ਸਰਕਾਰ ਤੁਹਾਡੀ ਬਣ ਚੁੱਕੀ ਹੈ, ਇਹਨੂੰ ਹੁਣ ਪੋਲੀਟੀਕਲਾਈਜ਼ ਕਰ ਲਓ, ਲੀਗਲਾਈਜ਼ ਕਰ ਲਓ। ਉਸ ਵਾਸਤੇ ਸਾਰਿਆਂ ਨੂੰ ਮੈਂ ਸਹਿਮਤ ਕੀਤਾ। ਦਲਜੀਤ ਬਿੱਟੂ ਨਾਲ ਵੀ ਗੱਲਬਾਤ ਹੋਈ, ਉਹ ਵੀ ਬੈਠੇ ਨੇ, ਆਪਣਾ ਭਾਈ ਜਸਵੀਰ ਸਿੰਘ ਰੋਡੇ, ਪੰਜ ਸਿੰਘ ਸਾਹਿਬਾਨ ਆਏ ਛੁੱਟ ਕੇ, ਸਾਰਿਆਂ ਨਾਲ ਮੇਰੀਆਂ ਖੁੱਲ੍ਹ ਕੇ ਗੱਲਾਂ ਹੋਈਆਂ। ਅਸੀਂ ਇੱਕ ਛਾਤੀ 'ਚ ਕਈ ਰਾਤਾਂ ਗੁਜ਼ਾਰੀਆਂ, ਸਮਝਾਇਆ। ਇਹਨਾਂ ਨੇ ਕਿਹਾ ਆਪਣਾ ਬਲੂ ਪ੍ਰਿੰਟ ਦਿਓ। ਮੈਂ ਇਹਨਾਂ ਨੂੰ ਬਲੂ ਪ੍ਰਿੰਟ ਦਿੱਤਾ ਵੀ ਪਾਰਟੀ ਇੰਝ ਬਣਾ ਲਈ ਜਾਏ ਤੇ ਇਹ ਪਾਰਟੀ ਦਾ ਪ੍ਰਧਾਨ ਬਣਾ ਲਿਆ ਜਾਏ ਤੇ ਇਹ ਇੰਝ ਚੁਣਿਆ ਜਾਏ, ਪਾਰਟੀ ਵਿੱਚੋਂ ਆਪ ਨਾ ਥੋਪਿਆ ਜਾਏ ਤੇ ਫ੍ਰੀ ਹੈਂਡ ਦਿੱਤਾ ਜਾਏ। ਅਸੀਂ ਤਾਂ ਏਜੰਡਾ ਪੂਰਾ ਕਰਾਉਣਾ, ਜਿਹੜੇ ਮਰਜ਼ੀ MLA ਚੁਣ ਕੇ ਆਉਣ ਤੇ ਜਿਹੜੇ ਮਰਜ਼ੀ ਵਰਗ ਵਿੱਚੋਂ ਚੁਣ ਕੇ ਆਉਣ, ਸਾਰੇ ਵਰਗਾਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ। ਇਹ ਸਹਿਮਤ ਹੋ ਗਏ। ਸਾਡੀ ਡੇਟ ਡਿਸਾਈਡ ਹੋ ਗਈ ਕਿ ਬਈ ਇਸ ਡੇਟ ਨੂੰ ਅਸੀਂ ਪੋਲੀਟੀਕਲ ਪਾਰਟੀ ਅਨਾਉਂਸ ਕਰਾਂਗੇ। ਇਹ ਬੰਦੇ ਅਨਾਉਂਸਮੈਂਟ ਕਰਨਗੇ ਪੋਲੀਟੀਕਲ ਪਾਰਟੀ ਦੀ। ਮੇਰਾ ਬਲੂ ਪ੍ਰਿੰਟ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਕੋਲ ਪਹੁੰਚ ਜਾਂਦਾ ਹੈ, DGP ਗਿੱਲ ਕੋਲ ਵੀ, ਰਿਬੈਰੋ ਕੋਲ ਵੀ। ਉਹ ਕਰਨ ਤੋਂ 1 ਮਹੀਨਾ ਪਹਿਲਾਂ ਪੰਥਕ ਕਮੇਟੀਆਂ ਦੀ ਫਾਰਮੇਸ਼ਨ ਕਰਵਾ ਦਿੱਤੀ ਜਾਂਦੀ ਹੈ ਤੇ ਪੋਲੀਟੀਕਲਾਈਜ਼ ਹੋਣ ਦੇ ਪੂਰੇ ਸਿਸਟਮ ਨੂੰ ਤਾਰਪੀਡੋ ਕਰ ਦਿੱਤਾ ਜਾਂਦਾ। ਮੈਂ ਉਹਦੇ ਖਿਲਾਫ ਫਿਰ ਇਹਨਾਂ ਦੀ ਮੀਟਿੰਗ ਕੀਤੀ। ਫਿਰ ਮੈਂ ਦੱਸਿਆ ਕਿ ਬਈ ਇਹ ਕਿਹੜੇ ਬੰਦੇ ਸੀ, ਕਿਵੇਂ ਹੋਇਆ। ਤੁਹਾਨੂੰ ਪਤਾ ਸੀਗਾ ਕਿੰਨਾ ਰਾਹੀਂ ਗਿਆ? ਬਿਲਕੁਲ ਜੀ। ਦੇਖੋ ਜਿਸ ਵੇਲੇ ਇੱਕ ਵੱਡੀ ਮੂਵਮੈਂਟ ਛੇੜਨੀ ਹੁੰਦੀ ਹੈ ਨਾ ਵੀਰ ਜੀ, ਤੇ ਤੁਹਾਡੇ ਦੁਸ਼ਮਣ ਦੇ ਅੰਦਰ ਵੀ ਸੈੱਲ ਚਾਹੀਦੇ ਨੇ। ਜੇ ਦੁਸ਼ਮਣ ਸਾਡੇ 'ਚ ਇਨਫਿਲਟਰੇਟ ਕਰ ਸਕਦਾ, ਅਸੀਂ ਦੁਸ਼ਮਣ ਵਿੱਚ ਕਿਉਂ ਨਹੀਂ ਕਰ ਸਕਦੇ? ਮੈਂ ਇਨਫਿਲਟਰੇਟ ਕੀਤਾ ਹੋਇਆ ਸੀ ਦੁਸ਼ਮਣ ਵਿੱਚ, ਮੈਂ ਅੱਜ ਤੱਕ ਕੀਤਾ ਹੋਇਆ। ਮੈਂ ਠੋਕ ਕੇ ਕਹਿੰਦਾ ਮੈਂ ਕੀਤਾ ਹੋਇਆ। ਕੀ ਹੁੰਦਾ ਦਿੱਲੀ 'ਚ ਪੰਜਾਬ ਨਮਿਤ, ਕੀ ਹੁੰਦਾ ਚੰਡੀਗੜ੍ਹ ਵਿੱਚ ਪੰਜਾਬ ਨਮਿਤ, ਮੈਨੂੰ ਪਹਿਲਾਂ ਪਤਾ ਹੁੰਦਾ ਕਿ ਬਈ ਹੁਣ ਇਹ ਪਾਲਿਸੀ ਆਉਣ ਵਾਲੀ ਹੈ।